ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਾ ਕੇ ਨਾਸਕ, ਬਿਘਨਾ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਰੋਂ ਤਹਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸ। ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਚੰਦੂ ਗਮਨਿਓ ਗੁਰ ਤੀਰ, ਨਿਠੁਰ ਸੁਨਾਏ ਕਰਿਓ ਚਹ ਪੀਰ। ਅਬ ਵੀ ਮਾਨ ਸੁਤਾ ਕੋ ਨਾਤਾ, ਨਾਹਿ ਤਾ ਪ੍ਰਾਣ ਹੋਹਿੰਗੇ ਘਾਤਾ। ਪੁਨ ਚੰਦੂ ਗਮਨਿਓ ਗੁਰ ਤੀਰ, ਨਿਠੁਰ ਸੁਨਾਏ ਕਰਿਓ ਚਹ ਪੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗਹੁ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ
ਪ੍ਰਾਪਤ ਹੋ ਰਿਹਾ ਹੈ। ਜਿਸ ਤਰ੍ਹਾਂ ਕਿ ਪਿਆਰਿਓ, ਜੂਨ ਦੀ 26 ਤਰੀਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਆ ਰਿਹਾ ਹੈ। ਇਸ ਨਿਮਿਤ ਤਖਤ ਸਾਹਿਬ ਜੀ ਦੀ ਮਰਿਆਦਾ ਮੁਤਾਬਕ 5 ਦਿਨ ਲਗਾਤਾਰ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਉਹਦੀ ਆਪਾਂ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਵਿਚਾਰ ਕਰਦੇ ਹਾਂ। ਸੋ ਇਸ ਲੜੀ ਤਹਿਤ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਨੂੰ ਮੁੱਖ ਰੱਖ ਕਰਕੇ 22 ਤਰੀਕ ਤੋਂ ਮਹਾਰਾਜ ਜੀ ਦੇ ਸ਼ਹੀਦੀ ਪ੍ਰਸੰਗਾਂ ਦੀ ਆਰੰਭਤਾ ਹੋਈ ਸੀ। ਅੱਜ ਤੀਜਾ ਜਿਹੜਾ ਪ੍ਰਸੰਗ ਉਹਦੀ ਆਪਾਂ ਨੇ ਕਥਾ ਸਰਵਣ ਕਰਨੀ ਹੈ। ਜਿਸ ਤਰ੍ਹਾਂ ਕਿ ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗਾਂ ਨੂੰ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਚੰਦੂ ਪਾਪੀ ਨੇ ਕੀ ਕਰਨਾ ਕੀਤਾ, ਲੈ ਕਰਕੇ ਆਪਣੇ ਘਰ ਲੈ ਕਰਕੇ ਚੱਲ ਗਿਆ। ਮਹਾਰਾਜ ਜੀ ਨੂੰ ਭੁੱਖਾ ਪਿਆਸਾ ਰੱਖ ਦਿੱਤਾ, ਕਿਹਾ ਕਿ ਇਹਨਾਂ ਨੂੰ ਪਾਣੀ ਨਹੀਂ ਦੇਣਾ, ਪ੍ਰਸ਼ਾਦਾ ਨਹੀਂ ਦੇਣਾ, ਨਾ ਇਹਨਾਂ ਨੂੰ ਲੰਬੇ ਪੈਣ ਦੇਣਾ ਹੈ, ਇੱਕ ਥਾਂ ਤੇ ਬਿਠਾ ਕੇ ਰੱਖੋ, ਜੇ ਕਹਿਣ ਦੇਣਾ ਪ੍ਰਸ਼ਾਦਾ ਦੇਣਾ। ਅਗੋਂ ਮਹਾਰਾਜ ਜੀ ਨੇ ਕਿਹਾ, ਪਾਪੀਆ ਤੂੰ ਸਾਨੂੰ ਕੀ ਪਾਣੀ ਤੋਂ ਪ੍ਰਸ਼ਾਦੇ ਤੋਂ ਰੋਕਦਾ, ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਪਾਣੀ ਨਹੀਂ ਛਕਾਂਗੇ। ਤੇ ਤੂਨੇ ਕਿਹਾ ਨਾ ਮਹਾਰਾਜ ਜੀ ਨੂੰ ਲੰਬੇ ਨਹੀਂ ਪੈਣ ਦੇਣਾ। ਮਹਾਰਾਜ ਜੀ ਨੇ ਕਿਹਾ, ਅਸੀਂ ਇੱਕ ਚੌਂਕੜਾ ਮਾਰ ਕੇ ਉਂਝ ਅਸਾਂ ਨੇ ਬੈਠੇ ਰਹਿਣਾ ਹੈ। ਕਿਉਂਕਿ ਪਿਆਰਿਓ, ਆਪਾਂ ਵੀ ਵੇਖੋ ਕਈ ਵਾਰੀ ਚੌਂਕੜਾ ਗੁਰੂ ਘਰ ਦੇ ਵਿੱਚ, ਕਿਉਂਕਿ ਗੁਰੂ ਘਰ ਦੇ ਵਿੱਚ ਚੌਂਕੜਾ ਮਾਰ ਕੇ ਬੈਠਣ ਦੀ ਮਰਿਆਦਾ ਹੈ। ਫਿਰ ਵੀ ਪਿਆਰਿਓ, ਬਹੁਤ ਅੱਤ ਹੋ ਜਾਵੇ ਘੰਟਾ ਸਵਾ ਘੰਟੇ ਆਪਾਂ ਇੱਕ ਸਾਥ ਬੈਠ ਸਕਦੇ, ਉਹਦੇ ਵਿੱਚ ਵੀ ਕਈ ਆਪਾਂ ਪਾਸੇ ਵੜਦੇ ਆ। ਕਦੇ ਵਿਚਾਰ ਕਰੋ, ਸਤਿਗੁਰੂ ਮਹਾਰਾਜ ਲਗਾਤਾਰ 2-3 ਦਿਨ ਇਸ ਤਰ੍ਹਾਂ ਹੀ ਇੱਕ ਆਸਣ ਤੇ ਸਤਿਗੁਰੂ ਮਹਾਰਾਜ ਬੈਠੇ ਰਹੇ ਹਨ। ਦੂਜੇ ਪਾਸੇ ਲਵਪੁਰੀ ਦੀਆਂ ਸੰਗਤਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਬਹਿਬਲ ਹੋ ਗਈਆਂ, ਪਤਾ ਨਹੀਂ ਚੱਲ ਰਿਹਾ ਕਿ ਸਤਿਗੁਰੂ ਮਹਾਰਾਜ ਆਖਰ ਗਏ ਤਾਂ ਕਿੱਥੇ ਗਏ। ਉਹ ਸਿੱਖ ਜਿਹੜੇ ਧਰਮਸ਼ਾਲਾ ਦੇ ਵਿੱਚ ਵਿਚਰਦੇ ਹਨ, ਕੋਈ ਕਹਿੰਦਾ ਕਿ ਹੋ ਸਕਦਾ ਮਹਾਰਾਜ ਉੱਥੇ ਹੋਣਗੇ, ਕੋਈ ਕਹਿੰਦਾ ਲੱਗਦਾ ਸਤਿਗੁਰੂ ਮਹਾਰਾਜ ਵਾਪਸ ਤਾਂ ਨਹੀਂ ਚੱਲ ਗਏ। ਪੂਰੇ ਧਰਮਸ਼ਾਲਾ ਦੇ ਵਿੱਚ ਵੇਖਣਾ ਕੀਤਾ, ਸਿੱਖਾਂ ਦੇ ਘਰ ਦੇ ਵਿੱਚ ਵੀ ਪੁੱਛ ਪੜਤਾਲ ਕੀਤੀ। ਫਿਰ ਅਖੀਰ ਨੂੰ ਜਿਨ੍ਹਾਂ ਦੀ ਚੱਲਦੀ ਸੀ ਸਰਕਾਰੀ ਦਰਬਾਰੇ, ਉਹਨਾਂ ਨੇ ਕੀ ਕਰਨਾ ਕੀਤਾ, ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਪੁੱਛਿਆ ਕਿ ਭਾਈ ਤੁਹਾਨੂੰ ਪਤਾ, ਸਾਨੂੰ ਤਾਂ ਇਹ ਪਤਾ ਸੀ ਕਿ ਸਤਿਗੁਰੂ ਮਹਾਰਾਜ ਜਹਾਂਗੀਰ ਨੂੰ ਬਾਦਸ਼ਾਹ ਨੂੰ ਮਿਲਣ ਵਾਸਤੇ ਗਏ, ਲੇਕਿਨ ਉਹ ਤੋਂ ਬਾਅਦ ਮਹਾਰਾਜ ਜੀ ਦਾ ਕੋਈ ਪਤਾ ਨਹੀਂ ਚੱਲ ਰਿਹਾ। ਉਹਨਾਂ ਬੰਦਿਆਂ ਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਔਰ ਕਿੱਥੇ ਨਹੀਂ, ਚੰਦੂ ਪਾਪੀ ਦੇ ਘਰ ਦੇ ਵਿੱਚ ਹੈ। ਤਾਂ ਪਿਆਰਿਓ, ਇਹਦੀ ਨਿਸ਼ਾਨਦੇਹੀ ਕਰਨ ਵਾਸਤੇ ਗੁਰੂ ਕੇ ਸਿੱਖ ਆ ਗਏ। ਬਾਹਰੋਂ ਦਰਵਾਜ਼ਾ ਬੰਦ ਸੀ, ਜਿੰਦਰਾ ਲੱਗਿਆ ਹੋਇਆ, ਪਤਾ ਨਹੀਂ ਚੱਲ ਰਿਹਾ ਕਿ ਅੰਦਰ ਕੋਈ ਹੈ ਜਾਂ ਨਹੀਂ ਹੈ। ਜਦੋਂ ਗੁਰੂ ਕੇ ਸਿੱਖ ਜਾ ਹੀ ਰਹੇ ਸਨ ਤੇ ਇੱਕ ਗੁਰੂ ਕਾ ਸਿੱਖ ਅੰਦਰ 5 ਸਿੱਖਾਂ ਦੇ ਵਿੱਚੋਂ ਜਿਹੜੇ ਡਿਉੜੀ ਦੇ ਵਿੱਚ ਬੈਠੇ ਹੋਏ ਸਨ, ਉਹ ਉੱਚੀ ਉੱਚੀ ਬਾਣੀ ਦਾ ਜਾਪ ਕਰ ਰਿਹਾ। ਉਸੇ ਵੇਲੇ ਇੱਕ ਸਿਪਾਹੀ ਨੇ ਡੰਡਾ ਮਾਰ ਕਰਕੇ ਰੋਕ ਦਿੱਤਾ, ਕਿਹਾ ਕਿ ਭਾਈ ਕੁਛ ਵੀ ਨਾ ਪੜਨਾ ਕਰ, ਇਹ ਕੀ ਤੂੰ ਪੜੀ ਜਾਂਦਾ ਕਰਕੇ। ਪਾਠ ਕਰਨ ਤੋਂ ਉਹਨੂੰ ਰੋਕ ਦਿੱਤਾ। ਸਿੱਖਾਂ ਨੂੰ ਪਿਆਰਿਓ ਪੂਰਾ ਯਕੀਨ ਹੋ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਪੀ ਦੇ ਗ੍ਰਹਿ ਵਿਖੇ ਹਨ। ਨਾਲ ਫਿਰ ਦੂਜੇ ਪਾਸੇ ਸਿਪਾਹੀ ਬਾਹਰ ਜਿਹੜੇ ਖੜੋਤੇ ਸਨ, ਉਹਨਾਂ ਨੇ ਵੇਖਿਆ ਕਿ ਸਿੱਖ ਭਾਈ ਵੇਖ ਰਹੇ, ਕੰਨ ਲਾ ਕਰਕੇ ਸੁਣ ਰਹੇ। ਉਹਨਾਂ ਨੂੰ ਵੀ ਕਹਿ ਦਿੱਤਾ ਕਿ ਚੱਲ ਜਾਓ, ਤੁਸੀਂ ਜੇ ਇੱਥੇ ਰਹੋਗੇ ਤੁਹਾਨੂੰ ਵੀ ਜੇਲ੍ਹ ਵਿੱਚ ਪਾ ਦਿੱਤਾ ਜਾਵੇਗਾ। ਉਹਨਾਂ ਸਿੱਖਾਂ ਨੂੰ ਵੀ ਭਜਾ ਦਿੱਤਾ ਗਿਆ। ਇੱਥੋਂ ਤੱਕ ਪਿਆਰਿਓ, ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਆਓ ਪਿਆਰਿਓ, ਅੱਜ ਦਾ ਪਾਵਨ ਇਤਿਹਾਸ ਅਗਲਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ।
ਜੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਚੰਦੂ ਗਮਨਿਓ ਗੁਰ ਤੀਰ। ਫਿਰ ਕੀ ਹੋਇਆ ਪਿਆਰਿਓ, ਚੰਦੂ ਪਾਪੀ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਨੂੰ ਭੈ ਦੇਣ ਵਾਸਤੇ ਮਹਾਰਾਜ ਜੀ ਦੇ ਕੋਲ ਗਿਆ। ਨਿਠੁਰ ਸੁਨਾਏ ਕਰਿਓ ਚਹ ਪੀਰ। ਬਹੁਤ ਕਠੋਰਤਾਈ ਦੇ ਨਾਲ ਇਹਨੇ ਮਹਾਰਾਜ ਜੀ ਦੇ ਨਾਲ ਬਚਨ ਕਰਨਾ ਕੀਤਾ। ਇਹਦਾ ਇੱਕ ਹੀ ਜਿਹੜਾ ਮਕਸਦ ਸੀ ਕਿ ਮੈਂ ਮਹਾਰਾਜ ਜੀ ਨੂੰ ਕੌੜਾ ਬੋਲ ਕੇ ਜਾਂ ਦਬਕੇ ਮਾਰ ਕੇ ਮੈਂ ਸਤਿਗੁਰੂ ਮਹਾਰਾਜ ਜੀ ਨੂੰ ਡਰਾ ਦਵਾਂ। ਅਬ ਵੀ ਮਾਨ ਸੁਤਾਕੂ ਨਾ ਤਾ। ਕਹਿੰਦਾ ਕਿ ਸ੍ਰੀ ਅਰਜਨ ਦੇਵ ਜੀ ਮਹਾਰਾਜ ਹਾਲੇ ਵੀ ਕੁਛ ਰਿਸ਼ਤਾ ਮੰਨ ਲਿਓ, ਨਾ ਹਿਤਾ ਪ੍ਰਾਨ ਹੋਹਿੰਗੇ ਘਾਤ। ਨਹੀਂ ਤਾਂ ਵਿਅਰਥ ਦੇ ਵਿੱਚ ਤੁਹਾਡੇ ਪ੍ਰਾਣਾਂ ਦਾ ਮੈਨੇ ਘਾਤ ਕਰ ਦੇਣਾ ਹੈ, ਤੁਹਾਨੂੰ ਮੈਨੇ ਮੌਤ ਦੇ ਘਾਟ ਉਤਾਰ ਦੇਣਾ। ਜੀਵਤ ਨਹਿ ਤਿਆਗੂ ਅਬ ਤੂ ਹੀ। ਬਸ ਤੁਸੀਂ ਹੁਣ ਮੇਰੀ ਗ੍ਰਿਫਤ ਦੇ ਵਿੱਚ ਆ ਗਏ। ਬਚਣ ਦਾ ਕੋਈ ਇਹ ਨਾ ਸੋਚੋ ਕਿ ਕਿਸ ਤਰ੍ਹਾਂ ਤੁਸੀਂ ਬਚ ਜਾਓਗੇ। ਜੋ ਮਰਜ਼ੀ ਹੋ ਜਾਵੇ ਮੈਂ ਤੁਹਾਨੂੰ ਜਿਉਂਦਾ ਜੀ ਨਹੀਂ ਛੱਡਣਾ ਹੈ। ਬਹੁ ਦਿਨ ਕੀ ਚਿੰਤਾ ਲਗ ਮੋਹੀ। ਤੁਹਾਨੂੰ ਕੀ ਪਤਾ ਮੈਨੂੰ ਕਈ ਦਿਨਾਂ ਦੀ ਚਿੰਤਾ ਲੱਗੀ ਹੋਈ ਹੈ। ਜਦੋਂ ਤੋਂ ਮੇਰੇ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਉਦੋਂ ਤੋਂ ਮੈਂ ਚਿੰਤਾ ਵਿੱਚ ਸੜ ਰਿਹਾ ਹਾਂ। ਦਿਓ ਕਸ਼ਟ ਪਤ ਸਭ ਮੈਂ ਖੋਈ। ਤੁਸਾਂ ਨੇ ਬਹੁਤ ਜ਼ਿਆਦਾ ਮੈਨੂੰ ਕਸ਼ਟ ਦਿੱਤਾ, ਮੇਰੀ ਇੱਜ਼ਤ ਪਤ ਜਿਹੜੀ ਹੈ ਲੈ ਗਈ ਹੈ। ਕਿਉਂਕਿ ਲੋਕਾਂ ਦੇ ਵਿੱਚ ਲੋਕਾਂ ਨੇ ਕਹਿ ਦਿੱਤਾ ਕਿ ਭਾਈ ਤੇਰੇ ਬੱਚੀ ਦਾ ਰਿਸ਼ਤਾ ਮਹਾਰਾਜ ਜੀ ਨੇ ਠੁਕਰਾ ਦਿੱਤਾ, ਮੋੜ ਦਿੱਤਾ, ਮੇਰੀ ਪੂਰੀ ਇੱਜ਼ਤ ਪਤ ਲੁੱਟੀ ਗਈ। ਅਬ ਲੋ ਤਰਾਸ ਪਇਓ ਨਹਿ ਕੋਈ। ਹੁਣ ਤੱਕ ਵੀ ਮਹਾਰਾਜ ਮੈਂ ਤੁਹਾਨੂੰ ਕੋਈ ਡਰ ਨਹੀਂ ਦਿੱਤਾ, ਕੋਈ ਤਰਾਸ ਨਹੀਂ ਦਿੱਤਾ। ਅਨ ਹੋ ਅਗਨ ਤਪਾਵਹੁ ਨੀਰ। ਹੁਣ ਵੀ ਮੈਂ ਤੁਹਾਨੂੰ ਪ੍ਰੇਮ ਨਾਲ ਸਮਝਾ ਰਿਹਾ ਹਾਂ, ਮੇਰਾ ਬਚਨ ਮੰਨ ਲਿਓ, ਬੱਚੀ ਦਾ ਰਿਸ਼ਤਾ ਰੱਖ ਲਿਓ, ਨਹੀਂ ਤਾਂ ਮੈਂ ਪਾਣੀ ਤਪਾ ਕਰਕੇ ਜਲ ਨੂੰ ਚੰਗੀ ਤਰ੍ਹਾਂ ਉਬਾਲ ਕਰਕੇ ਵਿੱਚ ਬਿਠਾਵਹੁ ਤਪਹਿ ਸਰੀਰ। ਤੇ ਉਹਦੇ ਵਿਚਕਾਰ ਮੈਂ ਤੁਹਾਨੂੰ ਜਲ ਦੇ ਵਿਚਕਾਰ ਬਿਠਾਉਣਾ ਹੈ, ਜਿਸ ਕਰਕੇ ਤੁਹਾਡਾ ਸਰੀਰ ਤਪ ਜਾਵੇਗਾ। ਮੈਂ ਜਿਮ ਤਪਤਿਓ ਦਿਨ ਅਰ ਰਾਤੀ। ਮੈਂ ਜਿਸ ਤਰ੍ਹਾਂ ਦਿਨ ਰਾਤ ਚਿੰਤਾ ਦੇ ਵਿੱਚ ਤਪਦਾ ਰਿਹਾ ਹਾਂ। ਮਹਾ ਕਸ਼ਟ ਤੇ ਸੁਲਗਤ ਛਾਤੀ। ਬਹੁਤ ਮਹਾ ਕਸ਼ਟ ਕਰਕੇ ਮੇਰੀ ਛਾਤੀ ਜਿਹੜੀ ਹੈ ਸਦਾ ਸੁਲਗਦੀ ਰਹਿੰਦੀ ਹੈ, ਭਾਂਬੜ ਜਿਹੜੀ ਹੈ ਮਚੀ ਹੋਈ ਹੈ। ਦੇਵ ਤਪਤਾਵੋਂ ਬਿਲਮ ਨ ਲਾਭ। ਇਸ ਤਰ੍ਹਾਂ ਹੀ ਮਹਾਰਾਜ ਮੈਨੇ ਤੁਹਾਨੂੰ ਤਪਤਾਉਣਾ ਹੈ, ਬਿਲਮ ਦੇਰੀ ਨਹੀਂ ਲਾਉਣੀ ਹੈ ਕਿ ਚਲੋ ਜੀ ਬਾਅਦ ਵਿੱਚ ਕਰ ਦਵਾਂਗਾ, ਹੁਣੇ ਤੁਹਾਨੂੰ ਬਹੁਤ ਜ਼ਿਆਦਾ ਤਪਾਵਾਂਗਾ। ਨਾਹਿ ਤਾਂ ਲੈ ਨਾਤਾ ਮਨਵਾਵ। ਨਹੀਂ ਤਾਂ ਮੇਰੇ ਬੱਚੀ ਦਾ ਨਾਤਾ ਮਨਵਾ ਲਵਾਂਗਾ। ਦੋ ਦੇ ਵਿੱਚ ਜਾਂ ਤਾਂ ਰਿਸ਼ਤਾ ਹੋਵੇਗਾ ਜਾਂ ਤਾਂ ਤੁਹਾਨੂੰ ਮੈਂ ਖਤਮ ਕਰਾਂਗਾ। ਸੁਨੀ ਦੁਸ਼ਟ ਕੀ ਆਇਸ ਜਬ। ਇਸ ਤਰ੍ਹਾਂ ਇਹ ਦੁਸ਼ਟ ਦੀ ਆਗਿਆ ਨੂੰ ਜਦੋਂ ਸੁਣ ਕਰਕੇ ਜਲ ਭਰ ਦੇਗ ਚੜਾਇਸ ਤਬ। ਤੁਰੰਤ ਪਾਪੀ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਕੀ ਮੂੰਹ ਤੱਕ ਰਹੇ ਹੋ ਭਾਈ, ਜਾਓ ਜਾ ਕਰਕੇ ਪਾਣੀ ਭਰ ਕੇ ਲੈ ਕੇ ਆਓ। ਸਮਦਾ ਬਾਰ ਬਾਰ ਤਪਤਾਇਓ। ਇੱਕ ਉੱਥੇ ਹੀ ਪਿਆਰਿਓ ਚੁੱਲਾ ਬਾਲ ਕਰਕੇ ਬਹੁਤ ਉਹਦੇ ਵਿੱਚ ਸਮਦਾ ਲੱਕੜਾਂ ਪਾ ਕਰਕੇ ਬਹੁਤ ਜ਼ਿਆਦਾ ਪਾਣੀ ਨੂੰ ਤਪਾਉਣਾ ਕੀਤਾ। ਬਾਰ ਬਾਰ ਲਿਹੁ ਮਾਨ ਸੁਨਾਇਓ। ਬਾਰ ਬਾਰ ਕਹਿੰਦਾ ਮਹਾਰਾਜ ਜੀ ਦੇ ਸਾਹਮਣੇ ਹੀ ਵੇਖਿਓ ਪਾਣੀ ਗਰਮ ਕਰਦਾ ਹੈ। ਕਹਿੰਦਾ ਦੇਖੋ ਮਹਾਰਾਜ ਪਾਣੀ ਗਰਮ ਹੋ ਰਿਹਾ, ਹੁਣ ਨਹੀਂ ਬਿਠਾਉਣਾ ਤੁਹਾਨੂੰ। ਜਦੋਂ ਪਾਣੀ ਐਨ ਉਪਲ ਜਾਵੇਗਾ, ਇਹਦੇ ਵਿੱਚ ਬਗੂਲੇ ਪੈਦਾ ਹੋਣਗੇ, ਉਸ ਵੇਲੇ ਮੈਂ ਤੁਹਾਨੂੰ ਬਿਠਾਉਣਾ ਹੈ। ਹੁਣ ਵੀ ਕੁਛ ਨਹੀਂ ਗਿਆ ਮਹਾਰਾਜ, ਮੇਰਾ ਬਚਨ ਮੰਨ ਲਿਓ, ਰਿਸ਼ਤਾ ਰੱਖ ਲਿਓ। ਸੁਨ ਸਤਿਗੁਰ ਕੁਛ ਹਿਰਦੈ ਨ ਆਮੀ। ਸੁਣ ਕਰਕੇ ਮਹਾਰਾਜ ਜੀ ਨੇ ਇਹਦੇ ਉੱਤੇ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਹੈ। ਚੇਤੈ ਸ਼ਰਾਬ ਕਾਨਾ ਬ੍ਰਹਮ ਗਿਆਨੀ। ਸਤਿਗੁਰੂ ਮਹਾਰਾਜ ਜੀ ਨੇ ਵੀ ਵਿਚਾਰ ਕੀਤੀ ਹੈ ਕਿ ਭਾਈ ਇਹ ਤਾਂ ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਕਿ ਭਾਈ ਜੋ ਹੋਣ ਵਾਲਾ ਹੈ, ਮਹਾਰਾਜ ਜੀ ਨੇ ਪ੍ਰਮਾਤਮਾ ਦੀ ਵਿਦ ਨੂੰ ਉਹਨੂੰ ਸਲਾਮ ਕਰਨਾ ਕੀਤਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਇਹ ਜੋ ਹੋ ਰਿਹਾ ਪ੍ਰਮਾਤਮਾ ਦੀ ਰਜਾ ਵਿੱਚ ਹੋ ਰਿਹਾ। ਕਹਿਓ ਬਾਕ ਹਮਕੋ ਡਰ ਪਾਵੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਪ੍ਰੇਮ ਨਾਲ, ਸ਼ਾਂਤੀ ਦੇ ਨਾਲ ਕਿ ਐਵੇਂ ਚੰਦੂਆ ਪਾਪੀਆ ਮੈਨੂੰ ਕਹਿ ਕਹਿ ਕਰਕੇ ਕਿਉਂ ਡਰਾਉਂਦਾ ਤੂੰ। ਜਿਮ ਪੂਰਬ ਤਿਮ ਹੀ ਬਨ ਆਵੈ। ਜਿਸ ਤਰ੍ਹਾਂ ਅਸੀਂ ਕਹਿ ਦਿੱਤਾ ਅਸੀਂ ਬਚਨਾਂ ਦੇ ਪੱਕੇ ਆ,
ਪਿਆਰਿਓ ਜਿਹੜੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਉਹ ਤਾਂ ਕੱਚੇ ਹੁੰਦੇ ਹਨ। ਬਚਨ ਕਰੇ ਸੋ ਖਿਸਕ ਜਾਏ, ਬੋਲੇ ਨਰ ਕੱਚਾ। ਜਿਹੜੇ ਬਚਨ ਕਰਕੇ ਖਿਸਕ ਜਾਂਦੇ ਹਨ, ਪਾਸਾ ਵੱਟ ਲੈਂਦੇ ਹਨ, ਉਹ ਤਾਂ ਪਿਆਰਿਓ ਉਹਨਾਂ ਨੂੰ ਕੱਚੇ ਕਹਿੰਦੇ। ਲੇਕਿਨ ਮਹਾਂਪੁਰਖ ਜਿਹੜਾ ਹੁੰਦਾ ਉਹ ਸੂਰਬੀਰ ਬਚਨ ਕੇ ਬਲੀ, ਕਵਲਾ ਬਪਰੀ ਸੰਤੀ ਛਲੀ। ਉਹ ਬਚਨਾਂ ਦੇ ਬਲੀ ਹੁੰਦੇ। ਮਹਾਰਾਜ ਜੀ ਨੇ ਕਿਹਾ ਬਸ ਕਹਿ ਦਿੱਤਾ ਇੱਕ ਵਾਰੀ, ਕਹਿੰਦੇ ਨਾ ਸਾਧੂ ਬੋਲੇ ਸਹਿਜ ਸੁਭਾਏ, ਤੇਰਾ ਰਿਸ਼ਤਾ ਨਹੀਂ ਲੈਣਾ ਹੈ, ਬਸ ਨਹੀਂ ਲੈਣਾ। ਨਹਿ ਤਵ ਸੁਤਾ ਲੇ ਕਬ ਨਾਤਾ, ਹੁਣ ਕਦੇ ਵੀ ਜੋ ਮਰਜੀ ਹੋ ਜਾਵੇ ਤੂੰ ਮਾਰ ਦੇ, ਖਤਮ ਕਰ ਦੇ, ਤੇਰੇ ਬੱਚੀ ਦਾ ਨਾਤਾ ਨਹੀਂ ਲੈਣਾ। ਚਿੱਤੇ ਚਹਤ ਪ੍ਰਾਨ ਕਰ ਘਾਤਾ, ਜੇ ਤੇਰੇ ਮਨ ਵਿੱਚ ਆਉਂਦਾ ਨਾ ਮੈਨੂੰ ਮਾਰਨਾ, ਸਤਿਗੁਰੂ ਮਹਾਰਾਜ ਕਹਿਣ ਦੇ ਮਾਰ ਦੇ, ਖਤਮ ਕਰ ਦੇ। ਅਵਗਿਆ ਕਰੈ ਦੁਖਾਵੇ, ਇੱਕ ਗੱਲ ਤੂੰ ਵੀ ਚੇਤੇ ਰੱਖਣਾ ਕਰ, ਜਿੰਨੀ ਤੂੰ ਸਾਡੀ ਅਵਗਿਆ ਕਰੇਗਾ ਸਾਨੂੰ ਦੁੱਖ ਦੇਵੇਗਾ। ਤੇ ਤੂੰ ਅੰਤ ਦੁਖ ਲਹਿ ਪਛਤਾਵੇ, ਤੇ ਅੰਤ ਕਾਲ ਉਨਾ ਜ਼ਿਆਦਾ ਦੁੱਖ, ਉਨੀ ਜ਼ਿਆਦੀ ਬਲਾ ਤੇਰੇ ਗਲ ਵਿੱਚ ਆ ਕਰਕੇ ਪੈ ਜਾਵੇਗੀ। ਕ੍ਰੋਧ ਬਸੀ ਹੋਏ ਜਿਮ ਅਘ ਕਰਤਾ, ਹੁਣ ਕ੍ਰੋਧ ਦੇ ਵਾਸ ਹੋ ਕਰਕੇ ਤੂੰ ਇਹ ਮਹਾ ਪਾਪ ਕਰ ਰਿਹਾ ਨਾ ਵਿਅਰਥ ਦੇ ਵਿੱਚ। ਪਰ ਹੈ ਨਰਕ ਜਮ ਫਾਸੀ ਧਰਤਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਮਰ ਕਰਕੇ ਜਮਾ ਦੀ ਫਾਹੀ ਗਲ ਵਿੱਚ ਪੈ ਜਾਵੇਗੀ, ਸਿੱਧਾ ਤੂੰ ਨਰਕਾਂ ਨੂੰ ਚੱਲ ਜਾਵੇਗਾ। ਕਹਿ ਚੰਦੂ ਅਬ ਗਿਆਨ ਸੁਨਾਵਤ, ਜਦੋਂ ਮਹਾਰਾਜ ਜੀ ਨੇ ਕਿਹਾ ਨਾ ਪਿਆਰਿਓ, ਕਈ ਵਾਰੀ ਕੀ ਹੁੰਦਾ ਜਦੋਂ ਕ੍ਰੋਧ ਵਿੱਚ ਬੰਦਾ ਆ ਜਾਵੇ ਨਾ, ਜਾਂ ਬੰਦਾ ਜਦੋਂ ਅਹੰਕਾਰ ਦੇ ਵਿੱਚ ਆ ਜਾਵੇ, ਮਹਾਰਾਜ ਜੀ ਨੇ ਕਿਹਾ ਨਾ ਅੰਨਾ ਬੋਲਾ ਹੋ ਜਾਂਦਾ। ਉਹ ਅੱਖਾਂ ਤੋਂ ਅੰਨਾ, ਕੰਨਾਂ ਤੋਂ ਬੋਲਾ ਬਣ ਜਾਂਦਾ। ਉਹਨੂੰ ਕੁਛ ਔਰ ਸੁਣਾਓ, ਉਹਨੂੰ ਔਰ ਸਮਝਾਓ, ਉਹ ਕੁਛ ਔਰ ਸਮਝ ਲੈਂਦਾ। ਮਹਾਰਾਜ ਤਾਂ ਇਹਨੂੰ ਸਮਝਾ ਰਹੇ ਕਿ ਭਾਈ ਤੂੰ ਵਿਅਰਥ ਦੇ ਵਿੱਚ ਇਹ ਪਾਪ ਕਰ ਰਿਹਾ, ਨਾ ਕਰ। ਲੇਕਿਨ ਇਹ ਅੱਗੋਂ ਕੀ ਕਹਿੰਦਾ, ਸਮਝਦਾਰੀ ਦੇ ਨਾਲ ਸਮਝਦਾ ਤੇ ਗੱਲ ਬਣਦੀ ਸੀ। ਅੱਗੋਂ ਇਹਨੇ ਕਿਹਾ ਮਹਾਰਾਜ ਹੁਣ ਦੁੱਖ ਦੇਣ ਵਾਲਾ ਮੈਂ ਤਾਂ ਕਰਕੇ ਮੈਨੂੰ ਗਿਆਨ ਦੇ ਰਹੇ ਹੋ, ਗਿਆਨ ਦੀਆਂ ਗੱਲਾਂ ਕਰ ਰਹੇ ਹੋ। ਕੂਕਰ ਕਹਿਓ ਨਾ ਤਬ ਡਰ ਪਾਵ, ਜਦੋਂ ਮੈਨੂੰ ਕੁੱਤਾ ਕਿਹਾ ਸੀ ਨਾ ਤੇ ਉਸ ਵੇਲੇ ਤੁਹਾਡੇ ਮਨ ਵਿੱਚ ਡਰ ਕਿਉਂ ਨਹੀਂ ਆਇਆ। ਇਸ ਕੋ ਫਲ ਅਬ ਲੇਹੁ ਮਹਾਨ, ਵਿਅਰਥ ਦੇ ਵਿੱਚ ਆਪਣੀਆਂ ਗੱਲਾਂ ਬਣਾ ਕਰਕੇ ਕਹਿੰਦਾ ਮਹਾਰਾਜ ਮੈਨੂੰ ਕੁੱਤਾ ਬੋਲਿਆ ਨਾ, ਉਹਦਾ ਤੁਹਾਨੂੰ ਇਹ ਫਲ ਦੇ ਰਿਹਾ ਮੈਂ। ਇਉਂ ਸਜਾਏ ਪ੍ਰਾਨ ਕਰਹਾਨਾ, ਇਹੋ ਜੀ ਸਜ਼ਾ ਦਵਾਂਗਾ ਮਹਾਰਾਜ, ਇਹ ਸਜ਼ਾ ਦੇ ਕਰਕੇ ਤੁਹਾਡੇ ਪ੍ਰਾਣਾਂ ਦਾ ਹਾਨ ਕਰ ਲਵਾਂਗਾ, ਤੁਹਾਡੇ ਪ੍ਰਾਣਾਂ ਦਾ ਘਾਤ ਕਰ ਦਵਾਂਗਾ। ਗੁਰੂ ਭਨਿਓ ਜੇ ਨਹਿ ਤਬ ਕਹਿਓ, ਅਗੋਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਪਾਪੀਆ ਉਸ ਵੇਲੇ ਤਾਂ ਤੈਨੂੰ ਨਹੀਂ ਕਿਹਾ, ਤਉ ਕਹਿਓ ਜੈਸੇ ਕਰ ਚਾਹਿਓ। ਲੇਕਿਨ ਆ ਤੂੰ ਬਾਰ-ਬਾਰ ਇੱਕ ਹੀ ਰੱਟ ਲਾਈ ਜਾਂਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਪਿਆਰਿਓ, ਕੋਈ ਗੱਲ ਆਪਾਂ ਨਹੀਂ ਕਰਦੇ ਆ, ਲੇਕਿਨ ਕੋਈ ਚੁਗਲਖੋਰ ਬੰਦਾ ਬਾਰ-ਬਾਰ ਆਈ ਰੱਟ ਲਾਈ ਜਾਵੇ, ਆ ਜੀ ਇਹਨੇ ਇਹ ਬੋਲਿਆ ਜੀ ਇਹ ਬੋਲਿਆ। ਕਈ ਵਾਰੀ ਆਪਾਂ ਕਹਿ ਦਿੰਦੇ ਆ ਭਾਈ ਮੈਂ ਤਾਂ ਨਹੀਂ ਬੋਲਿਆ, ਲੇਕਿਨ ਤੂੰ ਬਾਰ-ਬਾਰ ਬੋਲਦਾ ਤੇ ਇਹੀ ਸਮਝ ਲੈ। ਮਹਾਰਾਜ ਜੀ ਨੇ ਕਿਹਾ ਤੈਨੂੰ ਬੋਲਿਆ ਤਾਂ ਨਹੀਂ, ਲੇਕਿਨ ਬਾਰ-ਬਾਰ ਤੂੰ ਉਹੀ ਕਹਿੰਦਾ ਕੁੱਤਾ ਬੋਲਿਆ ਤੇ ਸਮਝ ਲੈ ਬੋਲਿਆ। ਫਿਰ ਕਹਿ ਚਾਕਰ ਸੋ ਦੇਖ ਉਬਾਰੀ, ਫਿਰ ਬਹੁਤ ਗੁੱਸੇ ਵਿੱਚ ਆ ਕਰਕੇ ਚੰਦੂ ਚਾਕਰਾਂ ਨੂੰ ਕਹਿੰਦਾ ਕਿ ਭਾਈ ਪਾਣੀ ਨੂੰ ਉਬਾਲੋ। ਦੇਹੁ ਤਿਸੀ ਮਹਿ ਡਾਰੀ, ਚੰਗੀ ਤਰ੍ਹਾਂ ਜਦੋਂ ਪਾਣੀ ਉਬਲ ਜਾਵੇ ਤੇ ਮਹਾਰਾਜ ਜੀ ਨੂੰ ਫਾੜ ਕਰਕੇ ਉਬਲਦੀ ਦੇਗ ਦੇ ਵਿੱਚ ਬਿਠਾਇਆ ਜਾਵੇ। ਸਤਿਗੁਰ ਉੱਠ ਆਪੇ ਗਏ, ਸਤਿਗੁਰੂ ਜੀ ਕਹਿਣ ਲੱਗੇ ਪਾਪੀਆ ਸਾਨੂੰ ਕੀ ਡਰ ਦਿਖਾਉਂਦਾ ਤੂੰ, ਮੈਨੂੰ ਫੜ ਕੇ ਬਿਠਾਉਣਾ ਚਾਹੁੰਦਾ, ਇਹ ਇੰਨੀ ਕਸ਼ਟ ਵੀ ਅਸੀਂ ਤੈਨੂੰ ਨਹੀਂ ਦਿੰਦੇ ਆ। ਇੰਜ ਕਹਿ ਕਰਕੇ ਸਤਿਗੁਰੂ ਮਹਾਰਾਜ ਪਿਆਰਿਓ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਉੱਠ ਕਰਕੇ ਤਪਤ ਨੀਰ ਮੈਂ ਬੈਠਤ ਪਏ, ਜਿਹੜੇ ਬੰਦੇ ਆਏ ਸੀ ਨਾ ਫੜ ਕੇ ਬਿਠਾਉਣ ਵਾਸਤੇ, ਮਹਾਰਾਜ ਜੀ ਨੇ ਪਾਸੇ ਕਰ ਦਿੱਤਾ। ਆਪ ਪਿਆਰਿਓ ਤਪਦਾ ਹੋਇਆ ਜਿਹੜਾ ਹੈ ਭਾਂਡਾ ਪਤੀਲਾ ਜਿਹੜਾ ਸੀ ਪਾਣੀ ਉਬਾਲੇ ਖਾ ਰਿਹਾ, ਉਹਦੇ ਵਿੱਚ ਜਾ ਕਰਕੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾ ਕਰਕੇ ਬੈਠ ਗਏ। ਹਾਹਾਕਾਰ ਹੇਰ ਸਿੱਖ ਕਰੈ, ਸਤਿਗੁਰੂ ਮਹਾਰਾਜ ਨੂੰ ਵੇਖ ਕਰਕੇ ਪੰਜ ਜਿਹੜੇ ਗੁਰੂ ਕੇ ਪਿਆਰੇ ਸਿੱਖ ਉਹਨਾਂ ਨੇ ਹਾਹਾਕਾਰ ਕਰਨੀ ਕੀਤੀ। ਉਠਿਓ ਪਿਰਾਣਾ ਸ਼ਕਤ ਨ ਜਰੈ, ਭਾਈ ਪਿਰਾਣਾ ਜੀ ਜਿਹੜੇ ਹਨ ਉਹ ਸ਼ਕਤੀ ਨੂੰ ਉਹਨਾਂ ਨੇ ਨਹੀਂ ਜਰਨਾ ਕੀਤਾ, ਇੱਕਦਮ ਉੱਠ ਕਰਕੇ ਉਹ ਖੜੋਤੇ ਹਨ। ਗੁਰਦਿਸ਼ ਚਲਿਓ ਕਿ ਲਉ ਉਬਾਰੀ, ਮਨ ਵਿੱਚ ਸੋਚਦੇ ਕਿਉਂਕਿ ਹੱਥਾਂ ਪੈਰਾਂ ਦੇ ਵਿੱਚ ਜੰਜੀਰਾਂ ਦੇ ਨਾਲ ਉਹਨਾਂ ਨੂੰ ਜਕੜਿਆ ਗਿਆ ਹੈ। ਫਿਰ ਵੀ ਮਨ ਵਿੱਚ ਆਇਆ ਕਿ ਮੈਂ ਜਾਵਾਂ ਜੰਜੀਰਾਂ ਨੂੰ ਤੋੜ ਕਰਕੇ,
ਜਾ ਕਰਕੇ ਮਹਾਰਾਜ ਜੀ ਨੂੰ ਉਬਲਦੀ ਦੇਗ ਦੇ ਵਿੱਚੋਂ ਮੈਂ ਬਾਹਰ ਕੱਢ ਦਵਾਂ। ਹਤੋਂ ਦੁਸ਼ਟ ਚੰਦੂ ਦੁਰਚਾਰੀ ਰਾਣਾ ਜੀ ਜਿਹੜੇ ਹਨ ਉੱਠ ਕਰਕੇ ਭੱਜਣ ਲੱਗੇ, ਮਹਾਰਾਜ ਜੀ ਦੇ ਵੱਲ ਦੌੜਨ ਲੱਗੇ। ਉਸੇ ਵੇਲੇ ਇੱਕ ਸਿਪਾਹੀ ਨੇ ਡੰਡਾ ਲੈ ਕਰਕੇ ਦੋਇ ਤੈ ਹਤੇ ਜਾਤ ਕੋ ਖੋਟਾ ਦੋਇ ਤੈ ਹਤੇ ਜਾਤ ਕੋ ਹੋਟਾ ਜਦੋਂ ਜਾ ਰਹੇ ਸਨ ਭਾਈ ਪਿਰਾਣਾ ਜੀ ਦੋ ਮਾਰ ਕਰਕੇ ਉਹਨਾਂ ਦੇ ਗੋਡੇ ਭੰਨ ਦਿੱਤੇ, ਪੈਰਾਂ ਦੇ ਉੱਤੇ ਮਾਰ ਕਰਕੇ ਧਰਤੀ ਤੇ ਗਿਰਾ ਦਿੱਤਾ। ਸਤਿਗੁਰ ਕਹਿਓ ਨ ਆਵੋ ਤੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਵੇ ਪਿਰਾਣਿਆ ਸਾਡੇ ਲਾਗੇ ਨਾ ਆਵੀਂ ਭਾਈ। ਪਰਹਿ ਦੁਸ਼ਟ ਜਰਖਾਰ ਨੀਰ ਆ ਜਿਹੜਾ ਦੁਸ਼ਟ ਜਿਹੜਾ ਪਾਪੀ ਜਿਹੜਾ ਹੈ ਖਾਰੇ ਨੀਰ ਆ, ਇਹਦੀ ਜੜ ਜਿਹੜੀ ਹੈ ਖਾਰੇ ਜਲ ਦੇ ਵਿੱਚ ਪੈਣ ਵਾਲੀ ਹੈ। ਆ ਜੋ ਇਹ ਪਾਪ ਕਰ ਰਿਹਾ ਨਾ, ਇਹ ਆਪਣੀਆਂ ਜੜਾਵਾਂ ਨੂੰ ਸੁਖਾ ਰਿਹਾ ਹੈ। ਕਿਉਂਕਿ ਪਿਆਰਿਓ ਕੋਈ ਵੀ ਦਰਖਤ ਜਿਹੜਾ ਹੈ ਜਦੋਂ ਉਹਦੀ ਜੜ ਖਾਰੇ ਜਲ ਦੇ ਵਿੱਚ ਪੈ ਜਾਵੇ, ਕਿਸੇ ਦਰਖਤ ਨੂੰ ਸਾੜਨਾ ਹੋਵੇ, ਖਤਮ ਕਰਨਾ ਹੋਵੇ, ਤੇ ਸਮੁੰਦਰ ਦਾ ਪਾਣੀ ਖਾਰਾ ਜਲ ਲਿਆ ਕਰਕੇ ਉਹਦੇ ਵਿੱਚ ਪਾ ਦਿਓ, ਸਿੰਜ ਦਿਓ, ਉਹਨੂੰ ਪਿਆਰਿਓ ਮਾਰਨ ਦੀ ਕੱਟਣ ਦੀ ਲੋੜ ਹੀ ਨਹੀਂ ਪੈਂਦੀ ਹੈ। ਉਹ ਖੁਦ ਬਾ ਖੁਦ ਦਰਖਤ ਜਿਹੜਾ ਸੁੱਕ ਜਾਂਦਾ, ਹੌਲੀ ਹੌਲੀ ਖਤਮ ਹੋ ਜਾਂਦਾ। ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਪਾਪ ਗੁਨਾਹ ਕਰ ਰਿਹਾ ਨਾ, ਜਾਣੋ ਕਿ ਭਾਈ ਇਹ ਆਪਣੀ ਜੜ ਜਿਹੜੀ ਹੈ ਖਾਰੇ ਜਲ ਵਿੱਚ ਪਵਾ ਰਿਹਾ ਹੈ। ਹਮ ਤੋ ਤਜਹਿ ਆਪਨੇ ਪ੍ਰਾ ਸਤਿਗੁਰੂ ਜੀ ਕਹਿਣ ਲੱਗੇ, ਇਹ ਤਾਂ ਪ੍ਰਮਾਤਮਾ ਦੀ ਵਿਧ ਹੈ ਭਾਈ, ਅਸਾਂ ਨੇ ਇੰਜ ਹੀ ਆਪਣੇ ਤਨ ਦਾ ਤਿਆਗ ਕਰਨਾ ਹੈ। ਲੇਹੁ ਸਾਸਨਾ ਤੁਮ ਕਿਉ ਆਨ ਤੇ ਤੁਸੀਂ ਇਹਦੇ ਵਿਚਕਾਰ ਕਿਉਂ ਆਉਂਦੇ ਹੋ, ਕਿਉਂ ਵਿਅਰਥ ਦੇ ਵਿੱਚ ਇਹਨਾਂ ਪਾਪੀਆਂ ਦੀ ਕੁੱਟ ਖਾਂਦੇ ਹੋ। ਖਰਿਓ ਦੂਰ ਕਰ ਜੋਰ ਪਿਰਾਣਾ ਭਾਈ ਪਿਰਾਣਾ ਜੀ ਫਿਰ ਬਾਅਦ ਦੇ ਵਿੱਚ ਪਿੱਛੇ ਹੱਠ ਕਰਕੇ ਦੋਵੇਂ ਹੱਥ ਜੋੜ ਕਰਕੇ ਸ਼ਕਤ ਦਿਖਾਵਨ ਹੇਤ ਵਖਾਣ ਮਹਾਰਾਜ ਜੀ ਨੂੰ ਬਚਨ ਕੀਤਾ, ਕਿਰਪਾ ਕਰੋ ਸਤਿਗੁਰੂ ਮਹਾਰਾਜ, ਹੁਣ ਜਰਿਆ ਨਹੀਂ ਜਾਂਦਾ, ਹੁਣ ਗੱਲ ਜਿਹੜੀ ਆ ਅੱਤ ਤੋਂ ਵੱਧ ਹੋ ਗਈ ਹੈ, ਮੈਂ ਆਪਣੀ ਸ਼ਕਤੀ ਦਿਖਾਵਾਂ। ਪ੍ਰਭ ਜੀ ਰਹਿਓ ਜਾਇ ਨਹਿ ਮੋਤੀ ਕਹਿੰਦੇ ਸਤਿਗੁਰੂ ਮਹਾਰਾਜ ਹੁਣ ਮੇਰੇ ਤੋਂ ਇਹ ਗੱਲ ਜਿਹੜੀ ਆ ਜਰੀ ਨਹੀਂ ਜਾ ਰਹੀ ਹੈ। ਰਾਵਰ ਕੋ ਏਤਿਕ ਦੁਖ ਹੋਤੇ ਉਹ ਸਿੱਖ ਕਾਦਾ ਸਿੱਖ ਮਹਾਰਾਜ, ਜੇ ਸਿੱਖ ਦੇ ਸਾਹਮਣੇ ਗੁਰੂ ਨੂੰ ਇੰਨੀ ਤਸ਼ੱਦਦ ਦਿੱਤੀ ਜਾ ਰਹੀ, ਉਹਨਾਂ ਸਿੱਖਾਂ ਨੂੰ ਤਾਂ ਮਰ ਜਾਣਾ ਚਾਹੀਦਾ ਮਹਾਰਾਜ, ਮੇਰਾ ਜੀਵਨ ਫਿਰ ਤ੍ਰਿਗਾਕਾਰ ਹੋ ਜਾਵੇਗਾ। ਦਿੱਲੀ ਲੌਪੁਰ ਨਗਰ ਵਿਸਾਲੇ ਆਪ ਜੀ ਆਗਿਆ ਦਿਓ ਮਹਾਰਾਜ, ਆ ਦਿੱਲੀ ਤੇ ਲਾਹੌਰ ਇਹਨਾਂ ਦੀ ਆ ਵੱਡੀ ਰਾਜਧਾਨੀ ਜੋ ਹੈ ਮੁਗਲਾਂ ਦੀ, ਅਬ ਲੇਵੋਂ ਨਿਜ ਹਾਥ ਉਠਾ ਆਪ ਜੀ ਦੱਸੋ ਤੇ ਇਹਨਾਂ ਨੂੰ ਆਪਣੇ ਹੱਥ ਵਿੱਚ ਲੈ ਕਰਕੇ ਦੂਨ ਪਿਰਾਉਂ ਜਿਉ ਕਰਤਾਰੀ ਜਿਸ ਤਰ੍ਹਾਂ ਆਪਾਂ ਤਾੜੀ ਮਾਰਦੇ ਨਾ ਤਾਂ ਹੱਥ ਦੇ ਉੱਤੇ ਹੱਥ ਮਾਰਦੇ, ਇਸ ਤਰ੍ਹਾਂ ਇਹਨਾਂ ਦੀ ਦੋ ਰਾਜਧਾਨੀ ਭਾਵ ਕਿ ਮੁਗਲਾਂ ਨੂੰ ਆਪਸ ਦੇ ਵਿੱਚ ਹੀ ਮਾਰ ਕਰਕੇ ਮੈਂ ਭਿੜਾ ਦਵਾਂ, ਇਹਨਾਂ ਨੂੰ ਖਤਮ ਕਰ ਦਵਾਂ। ਦੇਉ ਨਾਸ਼ ਕਰ ਲਗਹਿ ਨ ਬਾਰੀ ਦੇਰੀ ਨਹੀਂ ਲੱਗੇਗੀ ਸਤਿਗੁਰੂ ਮਹਾਰਾਜ, ਇੰਨੀ ਤਾਂ ਸ਼ਕਤੀ ਆਪ ਦੇ ਸੇਵਕ ਦੇ ਵਿੱਚ ਹੈ। ਆਗਿਆ ਦਿਓ ਮਹਾਰਾਜ, ਇਹਨਾਂ ਨੂੰ ਖਤਮ ਕਰ ਦਵਾਂ, ਇਹਨਾਂ ਦਾ ਮੁਗਲ ਸਾਮਰਾਜ ਨੂੰ ਮੈਂ ਨਾਸ਼ ਕਰ ਦਵਾਂ। ਕਿਉਂ ਇਤਨੇ ਦੁਖ ਸਹੋ ਗੁਸਾਈ ਕਿਉਂ ਸਤਿਗੁਰੂ ਮਹਾਰਾਜ ਇੰਨਾ ਕਸ਼ਟ ਆਪ ਜੀ ਆਪਣੇ ਪਿੰਡੇ ਤੇ ਹੰਢਾ ਰਹੇ ਹੋ। ਦੇਹੁ ਸ਼ਾਰਤ ਮੁਖ ਕਹੋ ਨ ਕਾਈ ਜੇ ਆਪ ਜੀ ਬਚਨ ਨਹੀਂ ਕਰਨਾ ਚਾਹੁੰਦੇ ਤਾਂ ਮਹਾਰਾਜ ਸਿਰਫ ਅੱਖਾਂ ਦਾ ਇਸ਼ਾਰਾ ਕਰ ਦਿਓ, ਇਸ਼ਾਰਾ ਹੋ ਜਾਵੇਗਾ ਮਹਾਰਾਜ, ਇਹਨਾਂ ਨੂੰ ਮੈਂ ਆਪਸ ਵਿੱਚ ਪੜਾ ਕੇ ਖਤਮ ਕਰ ਦਵਾਂਗਾ। ਸੁਨ ਸਤਿਗੁਰ ਕਹਤੇ ਪਾਈ ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਕਿਹਾ, ਭਾਈ ਪਿਰਾਣਿਆ ਆ ਸ਼ਕਤੀ ਭਾਈ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ। ਜੇ ਚਾਹਤ ਅਬ ਸ਼ਕਤ ਦਿਖਾਈ ਜੋ ਤੂੰ ਕਹਿੰਦਾ ਨਾ ਮਹਾਰਾਜ ਆਗਿਆ ਦਿਓ ਮੈਂ ਸ਼ਕਤੀ ਦਿਖਾਵਾਂ, ਦੱਸਤਾ ਭਾਈ ਆ ਸ਼ਕਤੀ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ। ਸੁਨਹੁ ਗੁਰੂ ਕਰ ਸੇਵ ਆਗੋਂ ਤੁਮਾਰੀ ਭਾਈ ਪਿਰਾਣਾ ਜੀ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਮਹਾਰਾਜ ਆਪ ਜੀ ਦੀ ਸੇਵਾ ਕਰਕੇ ਭਇਓ ਕਿਰਪਾ ਤੇ ਪਰਾਕਰਮ ਪਾਰੀ ਆਪ ਜੀ ਦੀ ਕਿਰਪਾ ਦੇ ਨਾਲ ਇੰਨਾ ਵੱਡਾ ਮੇਰੇ ਅੰਦਰ ਪਰਾਕਰਮ ਆਇਆ, ਬਲ ਆਇਆ ਹੈ। ਚੰਦੂ ਦੁਸ਼ਟ ਮੂੜ ਕਿਆ ਆ ਚੰਦੂ ਦੁਸ਼ਟ ਮੂੜ ਪਾਪੀ ਮੇਰੇ ਸਾਹਮਣੇ ਕੀ ਹੈ ਜੀ। ਨਾਸੋਂ ਤੁਰਕ ਨਾਮ ਨਹਿ ਰਹਿ ਆਪ ਜੀ ਆਗਿਆ ਦਿਓ, ਇਹਨਾਂ ਤੁਰਕਾਂ ਦਾ ਮਹਾਰਾਜ ਮੈਂ ਨਾਮੋ ਨਿਸ਼ਾਨ ਮਿਟਾ ਦਵਾਂਗਾ, ਖਤਮ ਕਰ ਦਵਾਂਗਾ। ਜਿਨਕੇ ਰਾਜ ਮਹਾ ਅਨਿਆ ਜਿਨ੍ਹਾਂ ਦੇ ਰਾਜ ਦੇ ਵਿੱਚ ਇੰਨਾ ਵੱਡਾ ਅਨਿਆਏ ਹੋ ਰਿਹਾ ਹੈ। ਕਿਉਂਕਿ ਪਿਆਰਿਓ ਜਿਹੜੇ ਵੱਡੇ ਹੁੰਦੇ ਨਾ, ਜਿਹੜੇ ਸਭ ਤੋਂ ਵੱਡਾ ਗੁਨਹਗਾਰ ਵੱਡਾ ਬੰਦਾ ਹੁੰਦਾ ਹੈ। ਕਿਉਂਕਿ ਛੋਟਿਆਂ ਨੂੰ ਕੌਣ ਵੇਖਦਾ, ਅੱਜ ਵੀ ਆਪਾਂ ਵੇਖਦੇ ਹਾਂ ਕਿਸੇ ਮਹਿਕਮੇ ਦੇ ਵਿੱਚ ਕੋਈ ਨਿੱਕੇ ਥੱਲੇ ਕੋਈ ਛੋਟਾ ਮੋਟਾ ਅਫਸਰ ਵੀ ਫੜਿਆ ਜਾਵੇ ਤੇ ਪਿਆਰਿਓ ਗਾਜ ਵੱਡਿਆਂ ਦੇ ਉੱਤੇ ਪੈਂਦੀ।
ਵੱਡੇ ਨੂੰ ਲੋਕ ਪੁੱਛਦੇ ਹਨ ਕਿ ਭਾਈ ਤੂੰ ਕੀ ਕਰ ਰਿਹਾ ਸੀ। ਆ ਤੇਰੇ ਹੱਥ ਦੇ ਹੇਠ ਤੇਰੇ ਸਾਹਮਣੇ ਤੇਰੇ ਇਹ ਨੌਕਰ ਚਾਕਰ, ਤੇਰੇ ਚਮਚੇ, ਤੇਰੇ ਚੇਲੇ ਬਾਲ ਕੇ ਇਹ ਕੁਕਰਮ ਕਰ ਰਹੇ, ਗਲਤ ਕੰਮ ਕਰ ਰਹੇ। ਤੇਰਾ ਫਰਜ਼ ਬਣਦਾ ਇਹਨਾਂ ਨੂੰ ਸਾਹਮਣਾ, ਇਹਨਾਂ ਨੂੰ ਸਹੀ ਰਾਸਤੇ ਤੇ ਪਾਉਣਾ। ਤੇਰੇ ਰਹਿੰਦਿਆਂ ਇਹਨਾਂ ਨੇ ਗਲਤ ਕੰਮ ਕਰਨਾ ਕੀਤਾ। ਗਾਜ ਪਿਆਰਿਓ ਵੇਖੋ ਸਰੋਪਾ ਵੀ ਵੱਡੇ ਨੂੰ ਪੈਂਦੇ ਹਨ, ਤੇ ਜਦੋਂ ਛਿੱਤਰ ਖਾਣ ਦੀ ਵਾਰੀ ਵੀ ਆਉਂਦੀ ਤਾਂ ਹੀ ਪਿਆਰਿਓ ਵੱਡਾ ਹੀ ਖਾਉਂਦਾ ਹੈ। ਭਾਵ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕੋਈ ਵੱਡਾ ਵੀ ਕੰਮ, ਕੋਈ ਰਾਜਾ ਜਦੋਂ ਜਿੱਤਦਾ, ਰਾਜਾ ਥੋੜੀ ਜਿੱਤਦਾ, ਪੂਰੀ ਪ੍ਰਜਾ ਜਿੱਤਦੀ ਹੈ, ਸੈਨਿਕ ਜਿੱਤਦਾ, ਲੇਕਿਨ ਜਿੱਤਦਾ ਸਿਰੋਪਾ ਰਾਜੇ ਦੇ ਗਲ ਵਿੱਚ ਪੈਂਦਾ। ਲੇਕਿਨ ਉਹੀ ਰਾਜੇ ਤੋਂ ਜਾਂ ਉਹਦੇ ਜਿਹੜੇ ਹਨ ਕੋਈ ਮੰਤਰੀ ਸੰਤਰੀ ਤੋਂ ਕੋਈ ਗਲਤੀ ਹੋ ਜਾਵੇ, ਗਾਜ ਵੀ ਵੱਡਿਆਂ ਦੇ ਉੱਤੇ ਪੈਂਦੀ। ਭਾਈ ਪੁਰਾਣਾ ਕਹਿਣ ਲੱਗਾ, ਮਹਾਰਾਜ ਇਹ ਤੁਰਕਾਂ ਦੇ ਰਾਜ ਦੇ ਵਿੱਚ ਇੰਨਾ ਵੱਡਾ ਪਾਪ ਹੋ ਰਿਹਾ, ਮਹਾਰਾਜ ਇਹਨਾਂ ਨੂੰ ਮੈਂ ਮਾਰ ਦੇਵਾਂ, ਖਤਮ ਕਰ ਦੇਵਾਂ। ਤੁਮ ਸਮ ਕੋ ਅਸ ਹੋਤ ਸਜਾ, ਤੁਹਾਡੇ ਵਰਗੇ ਮਹਾਂਪੁਰਖਾਂ ਨੂੰ ਇੰਨੀ ਜ਼ਿਆਦੀ ਸਜ਼ਾ ਆਮ ਲੋਕਾਂ ਦਾ ਕੀ ਬਣਦਾ ਹੋਵੇਗਾ। ਗੁਰੂ ਕਹਿਓ ਜਿਨ ਕੀ ਕਰ ਸੇਵਾ। ਸਤਿਗੁਰੂ ਮਹਾਰਾਜ ਜੀ ਨੇ ਮੁਸਕਰਾ ਕਰਕੇ ਪਿਆਰਿਓ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਭਾਵੇਂ ਜਿੰਨਾ ਮਰਜੀ ਦੁੱਖ ਆ ਜਾਵੇ, ਮਹਾਰਾਜ ਜੀ ਨੂੰ ਕੋਈ ਦੁੱਖ ਨਹੀਂ ਹੈ ਆਨੰਦ ਦੀ ਅਵਸਥਾ ਦੇ ਵਿੱਚ। ਕਹਿਣ ਲੱਗੇ ਵੇ ਪਿਰਾਣਿਆ, ਜਿਨ੍ਹਾਂ ਦੀ ਸੇਵਾ ਕਰਕੇ ਇੰਨੀ ਸ਼ਕਤੀ ਤੈਨੂੰ ਪ੍ਰਾਪਤ ਹੋਈ, ਲਈ ਸ਼ਕਤ ਧਾਰਤ ਅਹੰ ਮੇਵਾ। ਤੂੰ ਆਪ ਕਹਿੰਦਾ ਨਾ ਮਹਾਰਾਜ ਤੁਹਾਡੀ ਸ਼ਕਤੀ ਸੇਵਾ ਕਰਕੇ ਮੈਨੂੰ ਸ਼ਕਤੀ ਪ੍ਰਾਪਤ ਹੋਈ ਹੈ। ਤਿਨ ਮੋਹ ਸ਼ਕਤ ਅਹੈ ਕਹਿ ਨਾਹੀ। ਹੁਣ ਤੂੰ ਦੱਸ ਕਿ ਜਿਨ੍ਹਾਂ ਤੋਂ ਤੂਨੇ ਸ਼ਕਤੀ ਪ੍ਰਾਪਤ ਕਰਨੀ ਕੀਤੀ, ਉਹਦੇ ਵਿੱਚ ਉਹਨੇ ਕਿਹਾ ਨਾ ਮਹਾਰਾਜ ਤੁਹਾਡੀ ਸੇਵਾ ਕੀਤੀ, ਸ਼ਕਤੀ ਦੀ ਪ੍ਰਾਪਤੀ ਹੋਈ ਹੈ। ਸਿੱਧਾ ਮਹਾਰਾਜ ਨੇ ਕਿਹਾ ਕੀ ਸਾਡੇ ਵਿੱਚ ਸ਼ਕਤੀ ਹੈ ਕਿ ਨਹੀਂ ਹੈ। ਕਿਮ ਜਾਣਤ ਆਪਣੇ ਮਨ ਮਾਹੀ। ਤੂੰ ਆਪਣੇ ਮਨ ਦੇ ਵਿੱਚ ਕੀ ਜਾਣਦਾ ਭਾਈ ਦੱਸਣਾ ਕਰ। ਜੇ ਜਾਣਤ ਤੂਸ਼ਨ ਕਰ ਰਹੋ। ਜੇ ਤੂੰ ਜਾਣਦਾ ਕਿ ਭਾਈ ਮੈਂ ਤਾਂ ਕੁਛ ਵੀ ਨਹੀਂ ਆ, ਜਿਸ ਤਰ੍ਹਾਂ ਇੱਕ ਗਾਗਰ ਜਿਹੜੀ ਹੈ ਤੁਸੀਂ ਸਮੁੰਦਰ ਦੇ ਵਿੱਚੋਂ ਕੱਢ ਕੇ ਲੈ ਕੇ ਆਓ, ਤੇ ਗਾਗਰ ਜਿਹੜਾ ਬਹੁਤ ਅਭਿਮਾਨ ਕਰੇ ਕਿ ਮੈਂ ਜਲ ਦੇ ਨਾਲ ਭਰ ਗਿਆ, ਉਹਦਾ ਕਾਹਦਾ ਅਭਿਮਾਨ ਭਾਈ। ਅੱਗੇ ਸਮੁੰਦਰ ਜਿਹੜਾ ਲਬਾ ਲਬ ਜਲ ਦੇ ਨਾਲ ਭਰਿਆ ਹੋਇਆ। ਮਹਾਰਾਜ ਜੀ ਨੇ ਸਿੱਧਾ ਕਿਹਾ ਕਿ ਤੇਰੇ ਕੋਲ ਤਾਂ ਥੋੜੀਆਂ ਸ਼ਕਤੀਆਂ, ਸਾਡੇ ਅੰਦਰ ਤਾਂ ਸ਼ਕਤੀ ਕਰਾਮਾਤ ਦਾ ਜਿਹੜਾ ਸਾਗਰ ਹੈ। ਫਿਰ ਵੀ ਜੇ ਅਸੀਂ ਪਰਮਾਤਮਾ ਦੇ ਭਾਣੇ ਦੇ ਵਿੱਚ ਚੁੱਪਾਂ, ਤੇ ਤੂੰ ਕਿਉਂ ਬੋਲਦਾ, ਤੂੰ ਵੀ ਚੁੱਪ ਰਹਿ। ਬੈਠੇ ਪਿਖ ਹੋ ਨਹੀਂ ਕੁਛ ਕਹੋ। ਹੁਣ ਬੈਠ ਕਰਕੇ ਵੇਖਣਾ ਕਰ, ਕੁਛ ਵੀ ਨਾ ਬੋਲਣਾ ਕਰ। ਨਾਹੀਂ ਤਾਂ ਛੂਛੋ ਹੀ ਰਹਿ ਜਾਏ। ਨਹੀਂ ਤਾਂ ਪਿਆਰਿਆ ਤੂੰ ਖਾਲੀ ਰਹਿ ਜਾਵੇਗਾ। ਕੋਈ ਸ਼ਕਤ ਕੋ ਪੁਨ ਪਛਤੈ। ਆ ਸ਼ਕਤੀ ਤੇਰੀ ਖਤਮ ਹੋ ਜਾਵੇਗੀ, ਬਾਅਦ ਵਿੱਚ ਤੈਨੂੰ ਪਛਤਾਪ ਕਰਨਾ ਪਵੇਗਾ। ਹਮਨੇ ਇਮ ਹੀ ਕਾਰਨ ਕਰਨਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਅਸਾਂ ਨੇ ਇੰਜ ਹੀ ਕਾਰਨ ਕਰਨਾ ਹੈ। ਤੂੰ ਨਹਿ ਲਖੈ ਏਵ ਆਚਰਨਾ। ਇਹ ਆਚਰਨ ਜਿਹੜਾ ਹੈ ਇਹ ਕਿਹਨੂੰ ਪਤਾ ਨਹੀਂ ਹੈ, ਇਹ ਤਾਂ ਸਾਨੂੰ ਤੇ ਉਸ ਮਾਲਕ ਨੂੰ ਪਰਮਾਤਮਾ ਨੂੰ ਪਤਾ ਹੈ। ਪਰਮ ਬਿਸੂਰਤ ਤੂਸ਼ਨ ਹੋਵਾ। ਹੁਣ ਬਹੁਤ ਝੂਰਦਾ ਹੋਇਆ ਭਾਈ ਪਿਰਾਣਾ ਚੁੱਪ ਹੋ ਗਿਆ। ਨੀਚ ਗਰੀਬ ਕਰ ਊਚ ਨ ਜੂ। ਮਹਾਰਾਜ ਜੀ ਨੇ ਜਦੋਂ ਕਿਹਾ ਪਿਰਾਣਿਆ ਵਿਚਕਾਰ ਨਾ ਆਵੀਂ, ਤਾਂ ਚੁੱਪ ਹੋ ਗਏ, ਨੀਵੀਂ ਪਾ ਲਈ ਹੈ। ਇੱਕਦਮ ਅਥਰੂ ਵਹਿ ਤੁਰੇ ਹਨ। ਸਤਿਗੁਰ ਬੈਠੇ ਦੇਗ ਮਝਾ। ਹੁਣ ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਦੇ ਪਿਆਰਿਓ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਮੰਜੀ ਸਾਹਿਬ ਦੇ ਵਿੱਚ ਜਦੋਂ ਸੰਗਤਾਂ ਆਉਂਦੀਆਂ, ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਆਪਣੇ ਗੁਰਤਾ ਗੱਦੀ ਦੇ ਸਿੰਘਾਸਣ ਦੇ ਉੱਤੇ ਬਿਰਾਜਮਾਨ ਹੁੰਦੇ ਨਾ, ਉਸ ਤਰ੍ਹਾਂ ਹੀ ਮਹਾਰਾਜ ਉਵਲ ਦੀ ਦੇਗ ਦੇ ਵਿੱਚ ਜਾ ਬਿਰਾਜਮਾਨ ਹੋਏ। ਕਰੇ ਦੁਸ਼ਟ ਬੋ ਸਮਧਾ ਜਾਰੀ। ਫਿਰ ਬਿਠਾ ਕਰਕੇ ਚੰਦੂ ਨੇ ਬਸ ਇਹ ਨਹੀਂ ਕਰ ਦਿੱਤਾ ਕਿ ਚਲੋ ਹੋ ਗਿਆ। ਫਿਰ ਕਹਿੰਦਾ ਹਾਲੇ ਤੱਕ ਇਹਨਾਂ ਨੂੰ ਸੇਕ ਨਹੀਂ ਲੱਗ ਰਿਹਾ। ਕਹਿੰਦਾ ਔਰ ਅੱਗ ਬਾਓ, ਔਰ ਸਮਦਾ ਜਿਹੜੀ ਹੈ ਤੇਜ ਕਰਨੀ ਕਰੋ। ਅਗਨ ਧਾਰ ਉਰ ਡਰ ਸਮਦਾਉ। ਹੁਣ ਮਹਾਰਾਜ ਜੀ ਅਗਨ ਸੁਭਾਉ। ਹੁਣ ਉਸ ਵੇਲੇ ਕਹਿੰਦੇ ਕਿ ਅਗਨੀ ਨੇ ਵੀ ਪਿਆਰਿਓ ਆਪਣਾ ਸੁਭਾਅ ਪਲਟ ਲਿਆ। ਤੇਜ ਛੋਰ ਕਰ ਸ਼ੀਤਲ ਹੋ। ਤੇਜ ਛੱਡ ਕਰਕੇ ਉਹ ਵੀ ਸ਼ੀਤਲ ਹੋ ਗਈ। ਕਈ ਵਾਰੀ ਪਿਆਰਿਓ ਪ੍ਰਕਿਰਤੀ ਵੀ ਜਿਹੜੀ ਆ ਆਪਣਾ ਸੁਭਾਅ ਬਦਲ ਦਿੰਦੀ ਹੈ, ਲੇਕਿਨ ਪਾਪੀ ਮਨੁੱਖ ਜਿਹੜਾ ਹੈ ਉਹ ਆਪਣਾ ਕਦੇ ਸੁਭਾਵ ਨਹੀਂ ਬਦਲਦਾ। ਕਈ ਵਾਰੀ ਆਪਾਂ ਵੇਖਦੇ ਹਾਂ ਪ੍ਰਕਿਰਤੀ ਦੇ ਵਿੱਚ, ਕਈ ਵਾਰੀ ਪ੍ਰਕਿਰਤੀ ਪਿਆਰਿਓ ਆਪਣੀ ਮਰਿਆਦਾ ਨੂੰ ਛੱਡ ਕਰਕੇ ਸੁਭਾਅ ਉਹ ਬਦਲ ਦਿੰਦੀ ਹੈ, ਲੇਕਿਨ ਜਿਹੜੇ ਭੈੜੇ ਬੰਦੇ ਹੁੰਦੇ ਹਨ
ਉਹ ਆਪਣੀ ਨੀਚਤਾਈ ਕਦੇ ਨਹੀਂ ਛੱਡਦੇ। ਗੁਰਤਨ ਤਾਪ ਤਨਕ ਨਹਿ ਜੋਵਾ। ਸਤਿਗੁਰੂ ਮਹਾਰਾਜ ਜੀ ਨੂੰ ਰਤਾ ਮਾਤਰ ਜਿਹੜਾ ਹੈ ਉਹਦਾ ਪੋਇਆ ਨਹੀਂ ਹੈ, ਗਰਮੀ ਨਹੀਂ ਲੱਗੀ, ਆਨੰਦ ਦੇ ਵਿੱਚ ਰਹੇ ਹਨ। ਦੋਹਰਾ ਕਿਤਿਕ ਕਾਲ ਬੈਠੇ ਰਹੇ, ਪੁਨ ਖਲ ਕਹਿ ਨਿਕਸਾਏ। ਕੁਛ ਕੋ ਸਮਾਂ ਸਤਿਗੁਰੂ ਮਹਾਰਾਜ ਜੀ ਨੂੰ ਬਿਠਾ ਕਰਕੇ ਬਾਅਦ ਵਿੱਚ ਮੂਰਖ ਕਹਿੰਦਾ ਇਹਨਾਂ ਨੂੰ ਬਾਹਰ ਕੱਢ ਦਿਓ। ਗਇਓ ਸਦਨ ਨਿਜ ਮੂੜ ਮਤ, ਮਹਿਮਾ ਲਖੀ ਨ ਕਾਇ। ਇੰਨੀ ਵੱਡੀ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਵੇਖ ਕਰਕੇ ਵੀ ਮਹਿਮਾ ਤੋਂ ਅਣਜਾਣ ਰਹਿ ਗਿਆ, ਵਾਪਸ ਆਪਣੇ ਘਰ ਨੂੰ ਚੱਲ ਗਿਆ। ਏਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ, ਚਤੁਰਥ ਰਾਸੇ ਚੰਦੂ ਗੁਰ ਪ੍ਰਸੰਗ ਵਰਨਨੰ, ਨਾਮ ਚਤੁਰਸਤੀ ਅੰਸੂ। ਦੋਹਰਾ ਗ੍ਰਹਿ ਚੰਦੂ ਕੇ ਸੁਧ ਪਈ, ਸਤਿਗੁਰ ਕੋ ਦੁਖ ਦੇ। ਹੁਣ ਇਥੋਂ ਪਿਆਰਿਓ ਪ੍ਰਕਰਨ ਥੋੜਾ ਬਦਲ ਰਿਹਾ। ਚੰਦੂ ਤਾਂ ਆਪਣੇ ਘਰ ਨੂੰ ਚੱਲ ਗਿਆ, ਲੇਕਿਨ ਚੰਦੂ ਦੇ ਘਰ ਦੇ ਵਿੱਚ ਇਹ ਖਬਰ ਪਹੁੰਚ ਗਈ, ਕਿਉਂਕਿ ਚੰਦੂ ਨੇ ਇਹ ਕਾਰਾ ਕੀਤਾ ਨਾ, ਉਹਦੀ ਦੂਜੀ ਹਵੇਲੀ ਸੀ, ਉਹਦੇ ਵਿੱਚ ਉਹਨੇ ਇਹ ਕਾਰਾ ਕੀਤਾ, ਮਹਾਰਾਜ ਜੀ ਨੂੰ ਤਸੀਹੇ ਦਿੱਤੇ, ਸ਼ਹੀਦ ਕਰਦਾ ਕੀਤਾ। ਇਹਦੇ ਘਰ ਵਾਲਿਆਂ ਨੂੰ ਜਦੋਂ ਪਤਾ ਚੱਲਿਆ ਕਿ ਚੰਦੂ ਜਿਹੜਾ ਹੈ ਮਹਾਰਾਜ ਜੀ ਨੂੰ ਕੈਦ ਵਿੱਚ ਪਾ ਕਰਕੇ ਬਹੁਤ ਜ਼ਿਆਦੀ ਸਜ਼ਾ ਦੇ ਰਿਹਾ। ਕਿਸੇ ਸਿੱਖ ਕੀ ਸੁਤਾ ਥੀ, ਪਾਪੀ ਨੁਖਾ ਨਿਕੇ। ਉਹਦੀ ਨੂੰਹ ਜਿਹੜੀ ਹੈ, ਨੁਖਾ ਜਿਹੜੀ ਹੈ, ਕਿਸੇ ਸਿੱਖ ਦੀ ਉਹ ਲੜਕੀ ਸੀ, ਭਾਵ ਕਿ ਸਿੱਖ ਪਰਿਵਾਰ ਦੀ ਉਹ ਬੱਚੀ ਸੀ। ਸੋ ਪਈ ਸੁਨ ਪ੍ਰਸੰਗ ਦਲਕਿਓ, ਤਿਸ ਰੇਦਾ। ਸੁਣ ਕਰਕੇ ਉਸ ਬੱਚੀ ਦਾ, ਇਹਦੀ ਨੂੰਹ ਦਾ ਜਿਹੜੀ ਛਾਤੀ ਜਿਹੜੀ ਹੈ ਇੱਕਦਮ ਬਹਿਬਲ ਹੋ ਉੱਠੀ। ਮਮ ਨਹਿਰ ਮਾਨਹਿ ਜਹ ਸਦਾ। ਉਹਦੀ ਨੂੰਹ ਜਿਹੜੀ ਹੈ ਮਨ ਵਿੱਚ ਸੋਚਦੀ ਚੰਦੂ ਦੀ ਕਿ ਮੇਰਾ ਨਹਿਰ ਪਰਿਵਾਰ ਜਿਹੜਾ, ਮੇਰਾ ਪੇਕਾ ਪਰਿਵਾਰ ਸਤਿਗੁਰੂ ਮਹਾਰਾਜ ਜੀ ਨੂੰ ਮੰਨਦਾ ਸੀ, ਸਤਿਗੁਰੂ ਮਹਾਰਾਜ ਜੀ ਦੀ ਅਸੀਂ ਸੇਵਾ ਕਰਦੇ, ਮੈਂ ਸਿੱਖ ਪਰਿਵਾਰ ਦੇ ਵਿੱਚੋਂ ਬੱਚੀ ਹਾਂ। ਅਨੇਕ ਕਾਮਨਾ ਜਾਚਤ ਪਾਈ। ਬੇਅੰਤ ਕਾਮਨਾਵਾਂ ਜਿਹੜੀਆਂ ਹਨ ਮਹਾਰਾਜ ਜੀ ਦੇ ਦਰੋਂ ਅਸਾਂ ਨੇ ਮੰਗਣਾ ਕੀਤਾ, ਪ੍ਰਾਪਤ ਹੋਏ ਹਨ। ਗੁਰ ਗੁਰ ਸਿਮਰਤ ਨਿਤ ਸੁਖਦਾਈ। ਨਿਤ ਅਸੀਂ ਸਤਿਗੁਰੂ ਮਹਾਰਾਜ ਜੀ ਦਾ ਸਿਮਰਨ ਕਰਦੇ ਹਾਂ, ਜਿਸ ਕਰਕੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਸੁਰਪਾਦ ਕੀ ਤਹਿ ਦੁਖ ਦੇ। ਹੁਣ ਮਨ ਵਿੱਚ ਸੋਚਦੀ, ਜਿਸ ਗੁਰੂ ਦੀ ਮੈਂ ਪੂਜਾ ਕਰਦੀ ਹਾਂ, ਮੇਰਾ ਪੇਕਾ ਪਰਿਵਾਰ ਮੰਨਦਾ, ਉਹ ਸਤਿਗੁਰੂ ਮਹਾਰਾਜ ਨੂੰ ਮੇਰਾ ਸਹੁਰਾ ਪਾਪੀ ਜਿਹੜਾ ਦੁੱਖ ਦੇ ਰਿਹਾ ਹੈ। ਉਹ ਅਗ ਤੇ ਮੈਂ ਇਨਹੁ ਨਿਕੇ। ਮਨ ਵਿੱਚ ਸੋਚਦੀ ਹੈ ਕਿ ਲੱਗਦਾ ਬਹੁਤ ਵੱਡਾ ਮਨਾ ਮੇਰੇ ਤੋਂ ਪਾਪ ਹੋਇਆ, ਜਿਸ ਕਰਕੇ ਇਹ ਪਾਪੀਆਂ ਦੇ ਘਰ ਵਿੱਚ ਮੈਂ ਪਈ ਹਾਂ। ਕਿਤਿਕ ਦਿਵਸ ਤੇ ਪੀਓ ਨ ਪਾਨੀ। ਸੁਣਿਆ ਕਈ ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਨੇ ਜਲ ਪਾਣ ਨਹੀਂ ਕੀਤਾ, ਖਾਏ ਨ ਭੋਜਨ ਨਿੰਦਰਾ ਹਾਨੀ। ਪ੍ਰਸ਼ਾਦਾ ਵੀ ਨਹੀਂ ਛਕਣਾ ਕੀਤਾ, ਲੰਬੇ ਵੀ ਨਹੀਂ ਪੈਣਾ ਕੀਤਾ ਹੈ। ਇੱਕ ਜੀਵਨ ਇਸ ਘਰ ਮਹਿ ਮੇਰੋ। ਮਨ ਵਿੱਚ ਸੋਚਦੀ ਹੈ ਕਿ ਇਹ ਪਰਿਵਾਰ ਦੇ ਵਿੱਚ ਰਹਿਣਾ ਮੇਰਾ ਤ੍ਰਿਗਾਕਾਰ ਹੈ, ਤ੍ਰਿਗਾਕਾਰ ਹੈ। ਗੁਰ ਕੋ ਦੁਖ ਸੁਨ ਥਿਰ ਵਹਿ ਹੇਰੋ। ਸਤਿਗੁਰੂ ਮਹਾਰਾਜ ਜੀ ਦਾ ਜਦੋਂ ਅਸੀਂ ਸੇਵਦੇ ਹਾਂ, ਜਿਹਨੂੰ ਮੰਨਦੇ ਹਾਂ, ਜਿਨ੍ਹਾਂ ਦੀ ਪੂਜਾ ਕਰਦੇ, ਅੱਜ ਮੇਰੇ ਘਰ ਦੇ ਵਿੱਚ ਮੇਰੇ ਪਰਿਵਾਰ ਦੇ ਮੈਂਬਰਾਂ ਨੇ, ਮੇਰੇ ਸਹੁਰੇ ਨੇ ਉਹਨਾਂ ਨੂੰ ਇੰਨਾ ਦੁੱਖ ਦਿੱਤਾ, ਮੇਰੇ ਜੀਵਨ ਦਾ ਜੀਵਣਾ ਵਿਅਰਥ ਹੋ ਗਿਆ, ਤ੍ਰਿਗਾਕਾਰ ਹੈ ਮੇਰਾ ਜੀਵਣਾ। ਰਹਿਓ ਨਾ ਗਇਓ ਮਿਠਾਈ ਘੋਰੀ। ਇਹ ਤੋਂ ਰਿਆ ਨਹੀਂ ਗਿਆ ਪਿਆਰਿਓ, ਇਹਨੇ ਕੀ ਕਰਨਾ ਕੀਤਾ, ਮਿਠਾਈ ਭਾਵ ਕੇ ਖੰਡ ਘੋਲਣੀ ਕੀਤੀ ਪਾਣੀ ਵਿੱਚ। ਕੁਛ ਭੋਜਨ ਲੈ ਗਮਨੀ ਚੋਰੀ। ਨਾਲ ਕੁਛ ਕੋ ਭੋਜਨ ਜਿਹੜਾ ਹੈ ਚੋਰੀ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਚੱਲ ਗਈ। ਪਹੁੰਚੀ ਜੇਠਾਂ ਖਰੇ ਸਿਪਾਹੀ। ਜਿੱਥੇ ਸਿਪਾਹੀ ਖੜੋਤੇ ਹੋਏ ਸਨ ਪਹਿਰੇ ਤੇ, ਉੱਥੇ ਇਹਦੀ ਨੁਖਾ ਪਹੁੰਚ ਗਈ ਹੈ। ਸੁਖਚਤ ਡਰਤ ਜਾਤ ਨਹਿ ਪਾਹੀ। ਹੁਣ ਬੜਾ ਇੱਕਦਮ ਸੁਖ ਚ ਆ ਗਈ ਹੈ, ਅੱਗੇ ਕਿਸ ਤਰ੍ਹਾਂ ਜਾਵੇ। ਉਹਨਾਂ ਪਾਪੀਆਂ ਨੇ, ਪਹਿਰੇਦਾਰਾਂ ਨੇ ਵਰਸ਼ਾ ਅੱਗੇ ਕਰ ਦਿੱਤਾ, ਰੋਕ ਦਿੱਤਾ। ਆਪਣੇ ਕੋਲ ਬੁਲਾ ਕਰਕੇ ਦੀਨਸ ਜੇਵਰ ਤਿਨਹਿ ਨਿਕਾਸ। ਆਪਣਾ ਇੱਕ ਜੇਵਰਾਤ ਜਿਹੜਾ ਹੈ ਕੱਢ ਕੇ ਉਹਨੂੰ ਦੇ ਦਿੱਤਾ। ਰਾਖੋ ਗੁਪਤ ਸੁਨਾਵੋ ਨਾਹੀ। ਕਹਿੰਦੀ ਸਿਪਾਹੀਆ ਆ ਤੂੰ ਲੈ ਲੈ, ਭਾਵ ਕਿ ਉਹਨੂੰ ਰਿਸ਼ਵਤ ਦੇ ਦਿੱਤੀ, ਆ ਲੈ ਲੈ, ਕਿ ਇਹਨੂੰ ਵੀ ਨਾ ਦੱਸਣਾ ਕਰ ਮੇਰੇ ਪਰਿਵਾਰ ਨੂੰ। ਮੈਂ ਇੱਕ ਬੇਰ ਜਾਉ ਗੁਰ ਪਾਹੀ। ਬਸ ਮੈਂ ਸਤਿਗੁਰੂ ਮਹਾਰਾਜ ਜੀ ਦੇ ਇੱਕ ਵਾਰੀ ਦਰਸ਼ਨ ਕਰਨਾ ਚਾਹੁੰਦੀ ਆ, ਤੂੰ ਮੈਨੂੰ ਆਗਿਆ ਦੇ। ਆ ਮਾਇਆ ਲੈ ਲੈ, ਜ਼ੇਵਰਾਤ ਲੈ ਲੈ, ਮੈਨੂੰ ਤੂੰ ਛੱਡਣਾ ਕਰ। ਘਰੇ ਲੋਭ ਤੂਸ਼ਨ ਹੋਇ ਰਹੇ। ਉਹ ਜਿਹੜਾ ਪਿਆਰਿਓ, ਕਿਉਂਕਿ ਸਿਆਣੇ ਕਹਿੰਦੇ ਨਾ, ਜਿੱਥੇ ਕੰਮ ਅੜ ਜਾਵੇ ਉੱਥੇ ਮਾਇਆ ਵਰਤਾ ਦਿਓ, ਸਾਰੇ ਕੰਮ ਖੁੱਲੇ ਹੋ ਜਾਂਦੇ।
ਇਹ ਰਿਸ਼ਵਤਖੋਰੀ, ਇਹ ਬੇਈਮਾਨੀ ਜਿਹੜੀ ਆ ਇੰਨੀ ਚੱਲਦੀ। ਇਹਨੇ ਜਦੋਂ ਰਿਸ਼ਵਤ ਦੇ ਦਿੱਤੀ ਉਹ ਵੀ ਚੁੱਪ ਹੋ ਗਿਆ। ਹੌਲੀ ਜੀ ਕਹਿੰਦਾ ਕੋਈ ਗੱਲ ਨਹੀਂ ਹੈ ਬੀਬੀ ਜੀ, ਚੱਲ ਜਾਓ, ਲੰਘ ਜਾਓ। ਜਾਏ ਤੁਰਤ ਆਵੋ ਬਚ ਕਹੇ। ਲੇਕਿਨ ਤੇਰੇ ਸਹੁਰੇ ਦਾ ਮੈਨੂੰ ਬੜਾ ਡਰ ਲੱਗ ਰਿਹਾ, ਉਹ ਪਾਪੀ ਕਦੇ ਵੀ ਆ ਸਕਦਾ ਹੈ। ਤੂੰ ਆਈ ਐ, ਛੇਤੀ ਜਾ ਕਰਕੇ ਮਿਲ ਕੇ ਵਾਪਸ ਆ ਜਾਵੀਂ। ਚੰਦੂ ਪਾਤ ਕੀ ਲਖੈ ਨ ਜਿਸ। ਜੇ ਚੰਦੂ ਪਾਪੀ ਨੂੰ ਪਤਾ ਚੱਲ ਗਿਆ ਤਾਂ ਹਮਹੁ ਨਿਕਾਸਹਿ ਨਹਿ ਮਨ ਰਿਸ਼ਤੇ। ਮੈਨੂੰ ਤਾਂ ਉਹਨੇ ਮਾਰ ਹੀ ਦੇਣਾ, ਖਤਮ ਕਰ ਦੇਣਾ। ਨਾਲ ਤੇਰਾ ਕੀ ਹੋਵੇਗਾ, ਤੂੰ ਵੀ ਸੋਚ ਲੈਣਾ ਕਰ। ਗਈ ਗੁਰੂ ਟਿਕ ਦੇਖਤ ਰੋਈ। ਇਸ ਤਰ੍ਹਾਂ ਪਿਆਰਿਓ ਉਹਦੀ ਨੁਖਾ, ਉਹਦੀ ਨੂਰਾਨੀ ਜਿਹੜੀ ਹੈ ਜਦੋਂ ਗਈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ, ਦੇਖੋ ਕਿਹੋ ਜਿਹਾ ਨਜ਼ਾਰਾ ਹੋਵੇਗਾ। ਕਾਲ ਕੋਠੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਹਨ। ਸਰੀਰ ਦੇ ਉੱਤੇ ਪਿਆਰਿਓ ਫਫੋਲੇ ਸ਼ਾਂਤ ਪੁੰਜਮੀ ਬੈਠੇ ਹੋਏ। ਜਾ ਕਰਕੇ ਜਦੋਂ ਉਹਨੇ ਦਰਸ਼ਨ ਦਿੱਤੇ ਕਰਨੇ ਕੀਤੇ, ਭੁੱਬਾਂ ਮਾਰ ਕਰਕੇ, ਧਾਈਆਂ ਮਾਰ ਕਰਕੇ ਰੋ ਪਈ। ਨਮੋ ਠਾਨ ਕਰ ਬਿਨੈ ਭਿਗੋਈ। ਤੇ ਹੱਥ ਜੋੜ ਕਰਕੇ ਨਮਸਕਾਰ ਕਰਨਾ ਕੀਤਾ ਪਿਆਰਿਓ। ਇੰਨੇ ਹੰਝੂ ਵਹਿ ਤੁਰੇ, ਉਹਦੇ ਪੂਰੇ ਲੀੜੇ ਕੱਪੜੇ ਭਿੱਜ ਗਏ। ਸ੍ਰੀ ਸਤਿਗੁਰ ਜੀ ਪੀਜਹਿ ਪਾਣੀ। ਕਹਿੰਦੀ ਸਤਿਗੁਰੂ ਮਹਾਰਾਜ ਆ ਮੈਂ ਜਲ ਲਿਆਈ ਆ, ਆਪ ਜੀ ਕਿਰਪਾ ਕਰੋ ਜਲ ਛਕੋ। ਲਿਹੋ ਆਹਾਰ ਕੋ ਕੀਜਹਿ ਖਾਣੀ। ਆ ਪ੍ਰਸ਼ਾਦਾ ਲੈ ਕੇ ਆਉਣਾ ਕੀਤਾ, ਆ ਵੀ ਆਪ ਜੀ ਅੰਗੀਕਾਰ ਕਰੋ। ਪਾਪੀ ਕੇ ਸੁਤ ਸੋ ਮੈਂ ਵਿਆਹੀ। ਨਾਲ ਉਹਨੇ ਆਪਣਾ ਪਰਿਚੈ ਦਿੱਤਾ, ਮਹਾਰਾਜ ਆ ਚੰਦੂ ਪਾਪੀ ਦੀ ਮੈਂ ਅੱਗੋਂ ਨੂੰਹ ਹਾਂ। ਉਤੀ ਯੋਗਤਾ ਐਸੇ ਨਾਹੀ। ਇਹ ਤਾਂ ਯੋਗਤਾ ਨਹੀਂ ਸੀ ਮਹਾਰਾਜ, ਕੋਈ ਪਾਪ ਕਰਮ ਕੀਤੇ ਤਾਂ ਕਰਕੇ ਆ ਪਾਪੀ ਦਾ ਪੱਲਾ ਮੈਂ ਫੜੀ ਹਾਂ, ਭਾਵ ਕਿ ਇਹਦੇ ਪਰਿਵਾਰ ਦੇ ਵਿੱਚ ਮੈਂ ਆਈ ਹਾਂ। ਕਰਿਓ ਪਾਪ ਕੋ ਆਗੇ ਆਇਆ। ਲੱਗਦਾ ਕਿ ਮੈਂ ਕੋਈ ਪਾਪ ਕਰਨਾ ਕੀਤਾ, ਉਹ ਪਾਪ ਮੇਰੇ ਅੱਗੇ ਆ ਗਿਆ। ਕਿਉਂਕਿ ਪਿਆਰਿਓ ਪਾਪ ਛੱਡਦਾ ਨਹੀਂ ਹੈ, ਪਾਪ ਜ਼ਰੂਰ ਆਪਣਾ ਰੂਪ ਦਿਖਾਉਂਦਾ। ਜਿਸ ਕਰ ਇਨਕੇ ਸਦਨ ਜਿਸ ਬਸਾਇਓ। ਕਰਕੇ ਇਸ ਪਾਪੀ ਦੇ ਘਰ ਦੇ ਵਿੱਚ ਮੈਂ ਨੂੰਹ ਰਾਣੀ ਬਣ ਕੇ ਆਈ। ਤੁਮਰੇ ਸਿੱਖ ਕੇ ਸੁਤਾ ਪਛਾਨ। ਲੇਕਿਨ ਸਤਿਗੁਰੂ ਮਹਾਰਾਜ ਇਹ ਪਾਪੀ ਦੀ ਨੂੰਹ ਨਾ ਜਾਣੋ। ਮੇਰਾ ਪਿਛਲਾ ਪਰਿਵਾਰ, ਪੇਕਾ ਪਰਿਵਾਰ, ਇਹ ਆਪ ਜੀ ਦਾ ਸਿੱਖ, ਮੈਂ ਸਿੱਖਾਂ ਦੀ ਬੱਚੀ ਜਾਣੋ ਆਪ ਜੀ। ਨਿਜ ਦਾਸਨ ਲਗ ਕਰੁਣਾ ਠਾਨਹੁ। ਆਪਣੇ ਦਾਸ ਜਾਣ ਕਰਕੇ, ਮਹਾਰਾਜ ਸੇਵਕ ਜਾਣ ਕਰਕੇ ਮੇਰੇ ਉੱਤੇ ਕਿਰਪਾ ਕਰਨਾ ਕਰੋ। ਇੱਕ ਸਤਿਗੁਰ ਸ੍ਰੀ ਮੁਖ ਤੇ ਪਾਖਾ। ਸਤਿਗੁਰੂ ਮਹਾਰਾਜ ਜੀ ਨੇ ਵੇਖ ਕਰਕੇ ਬੱਚੀ ਨੂੰ ਕਿਹਾ। ਸਾਧ ਤੋਹਿ ਅਸ ਭਾਉ ਜੇ ਰਾਖਾ। ਸਤਿਗੁਰੂ ਜੀ ਕਹਿਣ ਲੱਗੇ, ਧੀਏ ਰਾਣੀਏ, ਸ਼ਾਬਾਸ਼, ਤੂਨੇ ਇੰਨਾ ਪ੍ਰੇਮ ਪ੍ਰਗਟ ਕਰਨਾ ਕੀਤਾ ਗੁਰੂ ਪ੍ਰਤੀ। ਜੇਕਰ ਚਾਹੇ ਆਪਣੀ ਕਲਿਆਣ। ਸਤਿਗੁਰੂ ਜੀ ਕਹਿਣ ਲੱਗੇ, ਬੱਚਾ ਜੇ ਤੂੰ ਆਪਣੀ ਕਲਿਆਣ ਚਾਹੁੰਦੀ ਹੈ ਤਾਂ ਸੰਗ ਹਮਾਰੇ ਤਿਆਗੋ ਪ੍ਰਾਨ। ਮਹਾਰਾਜ ਜੀ ਨੇ ਕਿਹਾ ਕਿ ਹੁਣ ਤਾਂ ਅਸਾਂ ਨੇ ਆਪਣੇ ਪ੍ਰਾਣਾਂ ਦਾ ਤਿਆਗ ਕਰ ਦੇਣਾ ਹੈ। ਜੇ ਤੂੰ ਵੀ ਆਪਣਾ ਉਧਾਰ ਕਰਨਾ ਚਾਹੁੰਦੇ ਤੇ ਤੂੰ ਵੀ ਆਪਣੇ ਤਨ ਦਾ ਤਿਆਗ ਕਰ ਦੇ, ਭਾਵ ਕਿ ਇਸ ਪਾਪੀ ਦੇ ਘਰ ਦੇ ਵਿੱਚ ਕੀ ਰਹਿਣਾ। ਜਰਾਂ ਉਖੇਰ ਹੈ ਚੰਦੂ ਕੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਬਾਅਦ ਵਿੱਚ ਆ ਚੰਦੂ ਪਾਪੀ ਦੀਆਂ ਜੜਾਂ ਅਸਾਂ ਨੇ ਪੁੱਟ ਦੇਣੀਆਂ। ਮਰਹ ਜਬੈ ਦੋਜ਼ਕ ਮਹਿ ਗੇਰੀ। ਜਦੋਂ ਇਹ ਮਰ ਜਾਵੇਗਾ ਨਾ ਤੇ ਫਿਰ ਬਾਅਦ ਦੇ ਵਿੱਚ ਇਹਨੂੰ ਨਰਕਾਂ ਦੇ ਵਿੱਚ ਧੱਕਿਆ ਜਾਵੇਗਾ। ਇਹਾਂ ਹਮਾਰੋ ਪਲਟਾ ਲੈ ਕੇ। ਸਾਡਾ ਇੱਥੇ ਪਲਟਾ ਲੈ ਕਰਕੇ ਹਤ ਹੈ ਕੁਮੌਤ ਮਹਾ ਦੁਖ ਦੈ ਕੇ। ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਸਾਡੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਾਪੀ ਨੂੰ ਮਾਰ ਕਰਕੇ, ਤੇ ਜਿਸ ਤਰ੍ਹਾਂ ਪਿਆਰਿਓ ਇਹ ਕਹਿੰਦਾ ਸੀ ਨਾ ਕਿ ਮਹਾਰਾਜ ਮੈਨੂੰ ਕੁੱਤਾ ਬੋਲਿਆ ਕੇ ਆਏ, ਤੇ ਭਾਈ ਪਿਰਾਣਾ ਜੀ ਨੇ ਕਿਹਾ ਮਹਾਰਾਜ ਇਹ ਬਾਰ-ਬਾਰ ਕੁੱਤਾ ਕਹਿੰਦਾ, ਤੇ ਕੁੱਤਿਆਂ ਦੇ ਨਾਲ ਬੰਨ ਕਰਕੇ, ਕੁੱਤਿਆਂ ਦਾ ਜਿਹੜਾ ਵਾੜਾ ਹੁੰਦਾ ਨਾ ਸ਼ਿਕਾਰੀ ਕੁੱਤਿਆਂ, ਉਹਦੇ ਵਿੱਚ ਪਾ ਕਰਕੇ ਕੁੱਤਿਆਂ ਦੇ ਨਾਲ ਬੰਨ ਕਰਕੇ ਇਹਨੂੰ ਲੈ ਕੇ ਆਉਣਾ ਕੀਤਾ। ਬਹੁਤ ਇਹਨੂੰ ਕਸ਼ਟ ਦੇ ਕਰਕੇ ਇਹਨੂੰ ਮੌਤ ਦੇ ਘਾਟ ਉਤਾਰਿਆ ਹੈ। ਸਕਲ ਸਦਨ ਇਸ ਹੋਏ ਖਰਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਹਦਾ ਸਾਰਾ ਪਰਿਵਾਰ ਜਿਹੜਾ ਗਰਕ ਜਾਵੇਗਾ। ਥਿਰਹਿ ਨ ਕੇਮ ਇਮ ਬਨਹਿ ਸ਼ਿਤਾਬ। ਤੇ ਇਹ ਜ਼ਿਆਦਾ ਚਿਰ ਨਹੀਂ ਰਵੇਗਾ। ਥਿਰਹਿ ਨਾ ਕੇਮ, ਜੋ ਮਰਜੀ ਹੋ ਜਾਵੇ ਇਹ ਥਿਰ ਨਹੀਂ ਰਹਿ ਸਕਦਾ। ਇਹਨੂੰ ਪਾਪ ਦਾ ਫਲ ਜ਼ਰੂਰ ਪ੍ਰਾਪਤ ਹੋਵੇਗਾ। ਅਖਲ ਕੁਟੰਬ ਅਲੰਬ ਬਿਹੀਨ। ਇਹਦਾ ਸਾਰਾ ਪਰਿਵਾਰ ਜਿਹੜਾ ਆਸਰੇ ਤੋਂ ਬਗੈਰ ਹੋ ਜਾਵੇਗਾ। ਰੋਦਤ ਮਰਹਿ ਮਹਾ ਦੁਖ ਲੀਨੇ। ਬਹੁਤ ਮਹਾ ਦੁੱਖ ਦੀ ਇਹਨਾਂ ਨੂੰ ਪ੍ਰਾਪਤੀ ਹੋਏਗੀ। ਰੋ ਰੋ ਕਰਕੇ ਇਹ ਸਾਰੇ ਮਰ ਜਾਣਗੇ, ਖੱਪ ਜਾਣਗੇ। ਰਾਖਹੁ ਗੋ ਬਤਾਵਹੁ ਕਾਰਨਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਤੂੰ ਇਹਨੂੰ ਗੁਪਤ ਰੱਖਣਾ ਕਰ, ਇਹਨਾਂ ਨੂੰ ਨਾ ਦੱਸਣਾ ਕਰ। ਸੰਕਟ
ਕਾਰਜ ਇਨਹੁ ਸੰਗ ਸਹਿਨਾ ਨਾਹਿਨ। ਤੇ ਤੂੰ ਮੈਂ ਤੈਨੂੰ ਦੱਸਦਾ ਹਾਂ ਇਹਨਾਂ ਦੇ ਨਾਲ ਤੂੰ ਸੰਕਟ ਦੇ ਵਿੱਚ ਨਾ ਪੈਣਾ ਕਰ, ਕਿਉਂਕਿ ਪਿਆਰਿਓ ਕਈ ਵਾਰੀ ਸੰਕਟ ਜੇ ਪ੍ਰਾਪਤ ਵੀ ਹੋ ਜਾਵੇ, ਚੰਗੀ ਮੌਤ ਆ ਜਾਵੇ ਤੇ ਲੋਕੀ ਕਹਿੰਦੇ ਜੀ ਭਲਾ ਹੋ ਗਿਆ, ਲੇਕਿਨ ਸੰਕਟ ਆ ਜਾਵੇ ਬਹੁਤ ਭੈੜੀ ਮੌਤ ਦੇ ਨਾਲ, ਬੇਪਤੀ ਦੇ ਨਾਲ, ਬੇਸੀ ਦੇ ਨਾਲ ਕਿਹਦੀ ਮੌਤ ਹੁੰਦੀ ਨਾ। ਮਹਾਰਾਜ ਨੇ ਕਿਹਾ ਨਾ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਤੇ ਪਿਆਰਿਓ ਉਹਨਾਂ ਦਾ 100 ਸਾਲ ਦਾ ਵੀ, ਜਿਨ੍ਹਾਂ ਦੀ ਇੱਜ਼ਤ ਪਤ ਲੈ ਗਈ, ਉਹਨਾਂ ਦਾ 100 ਸਾਲ ਦਾ ਜੀਣਾ ਵੀ ਜਿਹੜਾ ਵਿਅਰਥ ਹੋ ਜਾਂਦਾ ਹੈ। ਜਿਹੜੇ ਅਣਖ ਦੇ ਨਾਲ, ਸ਼ਾਨ ਦੇ ਨਾਲ ਭਾਵੇਂ 10 ਦਿਨ ਜਿਉਂਦੇ, ਚੜ੍ਹਦੀ ਕਲਾ ਦੇ ਵਿੱਚ ਜਿਉਂਦੇ, ਤਾਂ ਪਿਆਰਿਓ ਸਦਾ ਸੰਸਾਰ ਉਹਨਾਂ ਨੂੰ ਯਾਦ ਕਰਦਾ। ਮਹਾਰਾਜ ਜੀ ਨੇ ਕਿਹਾ ਬੇਪਤੀ ਦੇ ਨਾਲ ਖੁਆਰ ਹੋ ਕਰਕੇ ਮਰਨਾ, ਇਹਦੇ ਨਾਲੋਂ ਤਾਂ ਚੰਗਾ ਭਾਈ ਵਧੀਆ ਐਨ ਅਣਖ ਦੇ ਨਾਲ ਆਪਾਂ ਆਪਣੇ ਤਨ ਦਾ ਤਿਆਗ ਕਰ ਦੇਣਾ। ਜੇ ਤੂੰ ਆਪਣਾ ਉਧਾਰ ਚਾਹੁੰਦੀ ਐ ਤੇ ਸਾਡੇ ਨਾਲ ਤੂੰ ਵੀ ਚੱਲਣਾ ਕਰ, ਤੇਰਾ ਵੀ ਉਧਾਰ ਹੋ ਜਾਵੇਗਾ। ਖਾਨ ਪਾਨ ਇਸਕੇ ਘਰ ਕੇਰਾ। ਨਾਲ ਇਹਨੇ ਪ੍ਰਸ਼ਾਦਾ ਲੈ ਕੇ ਆਈ ਸੀ ਨਾ, ਮਹਾਰਾਜ ਜੀ ਨੇ ਕਿਹਾ ਇਹਦੇ ਘਰ ਦਾ ਪ੍ਰਸ਼ਾਦਾ ਪਾਣੀ। ਹਮ ਨਹਿ ਕਰਹਿ ਜਾਓ ਲੈ ਫੇਰਾ। ਸਤਿਗੁਰੂ ਜੀ ਕਹਿਣ ਲੱਗੇ ਬੱਚਾ ਤੂੰ ਆਪਣੇ ਨਾਲ ਇਹਨੂੰ ਲੈ ਕੇ ਜਾ, ਅਸਾਂ ਨੇ ਬਚਨ ਕਰ ਦਿੱਤਾ। ਇਹੀ ਤਾਂ ਪਿਆਰਿਓ ਅਣਖ ਹੁੰਦੀ ਹੈ। ਮਹਾਰਾਜ ਜੀ ਨੂੰ ਚੰਦੂ ਨੇ ਕਿਹਾ, ਸਿਪਾਹੀਆਂ ਨੂੰ ਕਹਿੰਦਾ ਸੀ ਨਾ ਇਹਨਾਂ ਨੂੰ ਪਾਣੀ ਨਹੀਂ ਦੇਣਾ, ਪ੍ਰਸ਼ਾਦਾ ਨਹੀਂ ਦੇਣਾ, ਜੇ ਮੰਗੇ ਤੇ ਕਹਿਣਾ ਜੀ 1 ਲੱਖ ਰੁਪਏ ਦੋ। ਤੇ ਮਹਾਰਾਜ ਜੀ ਨੇ ਕਿਹਾ ਪਾਪੀਆ ਤੇਰੇ ਘਰ ਦਾ ਤੂੰ ਨੇ ਜੇ ਅਨਾਜ ਵੀ ਦਿੱਤਾ ਤਾਂ ਵੀ ਛਕਣਾ ਨਹੀਂ ਹੈ, ਤੂੰ ਸਾਨੂੰ ਕੀ ਡਰਾਉਂਦਾ ਹੈ। ਹੁਣ ਪਿਆਰਿਓ ਕਈ ਵਾਰੀ ਕੀ ਹੁੰਦਾ, ਆਪਾਂ ਬਾਹਰੋਂ ਤਾਂ ਬੋਲ ਦਿੰਦੇ ਆ, ਕਈ ਵਾਰੀ ਕੀ ਹੁੰਦਾ ਜਿਹੜੇ ਕੱਚੇ ਹੁੰਦੇ ਕਹਿ ਦਿੰਦੇ ਕਿ ਭਾਈ ਇਹ ਨਹੀਂ ਕਰਨਾ, ਲੇਕਿਨ ਅੰਦਰ ਖਾਤੇ ਕੁਝ ਮਿਲ ਜਾਵੇ। ਕਈ ਪਿਆਰਿਓ ਇਸ ਤਰ੍ਹਾਂ ਡਰਾਮਾ ਵੀ ਕਰਦੇ ਹਨ, ਉਪਵਾਸ ਰੱਖਦੇ ਜਾਂ ਅੰਦੋਲਨ ਇਹ ਆਦਿਕ ਕਰਨਾ, ਬਾਹਰੋਂ ਤਾਂ ਕਹਿਣਾ ਜੀ ਭੂਖ ਹੜਤਾਲ ਕਰ ਦਿੱਤੀ, ਲੇਕਿਨ ਚੁੱਪ ਚਪੀਤੇ ਜਾ ਕਰਕੇ ਐਨ ਚੰਗੀ ਤਰ੍ਹਾਂ ਗੱਫਾ ਪਾਣੀ ਛਕ ਕੇ ਆਉਂਦੇ। ਲੇਕਿਨ ਸਤਿਗੁਰੂ ਮਹਾਰਾਜ ਪਿਆਰਿਓ ਬਚਨਾਂ ਦੇ ਬਲੀ ਹਨ। ਹੁਣ ਕੌਣ ਵੇਖਣ ਵਾਲਾ ਹੈ। ਪ੍ਰਸ਼ਾਦਾ ਲੈ ਕੇ ਆਈ, ਜੇ ਮਹਾਰਾਜ ਜੀ ਛਕਣਾ ਚਾਹੁੰਦੇ ਤਾਂ ਛਕ ਸਕਦੇ ਸਨ, ਲੇਕਿਨ ਮਹਾਰਾਜ ਜੀ ਨੇ ਕਿਹਾ ਬਚਨ ਕਰ ਦਿੱਤਾ ਕਿ ਇਹਦਾ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਹੈ। ਸੁਣ ਸਤਿਗੁਰ ਤੇ ਸਗਰੀ ਬਾਤ। ਸਤਿਗੁਰੂ ਮਹਾਰਾਜ ਜੀ ਤੋਂ ਇਹ ਸਾਰੀ ਬਾਤ ਸੁਣ ਕਰਕੇ ਆਛੂ ਲਖਿਓ ਪ੍ਰਾਨ ਕੋ ਘਾਤ। ਇਹਨੇ ਜਾਣ ਲਿਆ ਕਿ ਭਾਈ ਬਹੁਤ ਵਧੀਆ ਹੋਵੇਗਾ ਮੇਰੇ ਪ੍ਰਾਣਾ ਦੇ ਦਾ ਜੇ ਇੰਜ ਚੜ੍ਹਦੀ ਕਲਾ ਦੇ ਵਿੱਚ ਮੇਰੀ ਮੌਤ ਹੋ ਜਾਵੇਗੀ। ਮਹਾਰਾਜ ਜੀ ਨੇ ਕਿਹਾ ਨਾ, ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਕਈ ਵਾਰੀ ਆਪਣੀ ਪੱਤ ਸਵਾਰ ਕਰਕੇ ਵਾਜਾ ਵਾ ਕਰਕੇ ਜਿਹੜੇ ਜਾਂਦੇ ਦਰਗਾਹ ਨੂੰ ਪਿਆਰਿਓ, ਉਹਨਾਂ ਦਾ ਫਿਰ ਲੋਕ ਤੇ ਪਰਲੋਕ ਦੇ ਵਿੱਚ ਬੜਾ ਜਸ ਹੁੰਦਾ ਹੈ। ਕਹਿਤ ਆਪਨੇ ਸੰਗ ਮਿਲਾਵ। ਹੁਣ ਮਨ ਮਹਾਰਾਜ ਜੀ ਨੂੰ ਕਹਿੰਦੀ ਕਿਰਪਾ ਕਰੋ ਸਤਿਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਰੱਖ ਲਿਓ, ਕਿਰਪਾਲੇ ਸੰਗ ਸਿਧਾ। ਕਿਰਪਾ ਕਰੋ ਮਹਾਰਾਜ ਇਹ ਪਾਪੀ ਦੇ ਘਰ ਵਿੱਚ ਮੈਂ ਨਹੀਂ ਰਹਿਣਾ ਚਾਹੁੰਦੀਆਂ, ਇਹਦੇ ਯੋਗ ਮੈਂ ਨਹੀਂ ਹਾਂ, ਕਿਰਪਾ ਕਰੋ ਆਪਣੇ ਚਰਨਾਂ ਦੇ ਨਾਲ ਲਾ ਕਰਕੇ ਮੈਨੂੰ ਲੈ ਕੇ ਜਾਓ ਦਰਗਾਹ ਦੇ ਵਿੱਚ। ਅੰਗੀਕਾਰ ਨਾ ਗੁਰ ਕੁਛ ਕੀਨੋ। ਸਤਿਗੁਰੂ ਮਹਾਰਾਜ ਜੀ ਨੇ ਰੱਤਾ ਮਾਤਰ ਵੀ ਪਿਆਰਿਓ ਕੁਛ ਵੀ ਅੰਗੀਕਾਰ ਨਹੀਂ ਕਰਨਾ ਕੀਤਾ। ਚੱਲ ਗਈ ਤੇ ਮਨ ਵਿੱਚ ਜਾਣ ਲਿਆ ਕਿ ਮਨਾ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਹੈ, ਮਹਾਰਾਜ ਜੀ ਦੇ ਨਾਲ ਹੋ ਕੇ ਤੁਰਾਂਗੇ ਤੇ ਮੇਰਾ ਵੀ ਉਧਾਰ ਹੋ ਜਾਵੇਗਾ। ਅਧਿਕ ਦੁਖੀ ਹੋਏ ਪਰੀ ਵਿਚਾਰੀ। ਬਹੁਤ ਦੁਖੀ ਹੋ ਕਰਕੇ ਘਰ ਦੇ ਵਿੱਚ ਝੂਰਦੀ ਹੈ। ਬਸ ਨਾ ਬਸਾਵੇ ਹੋਏ ਲਾਚਾਰੀ। ਕੋਈ ਬਸ ਨਹੀਂ ਚੱਲ ਰਿਹਾ, ਬਹੁਤ ਜ਼ਿਆਦੀ ਬੱਚੀ ਲਾਚਾਰ ਹੋ ਗਈ। ਇੱਕ ਜਾਮਨੀ ਸੋ ਤਬ ਗਈ। ਉਹ ਜਾਮਨੀ ਉਹ ਰਾਤ ਜਿਹੜੀ ਹੈ ਪਿਆਰਿਓ ਸਾਰੀ ਬਤੀਤ ਹੋਈ ਹੈ। ਦੂਜੇ ਦਿਨ ਦੀ ਵੀ ਪੂਰੀ ਰਾਤ ਬਤੀਤ ਹੋ ਗਈ ਤੇ ਹੁਣ ਤੀਜਾ ਦਿਨ ਚੜ ਕੇ ਆਇਆ। ਬੈਠੇ ਗੁਰ ਪ੍ਰਭਾਤ ਤਬ ਪਈ। ਸਤਿਗੁਰੂ ਮਹਾਰਾਜ ਉਸ ਤਰ੍ਹਾਂ ਹੀ ਪਿਆਰਿਓ ਬੈਠੇ ਹੋਏ ਹਨ ਜਦੋਂ ਦਿਨ ਚੜ ਕੇ ਆਇਆ। ਚੰਦੂ ਦੁਸ਼ਟ ਵਿਚਾਰਤ ਮਨ ਮੈਂ। ਦੂਜੇ ਪਾਸੇ ਚੰਦੂ ਜਿਹੜਾ ਜਦੋਂ ਉਹ ਉੱਠਿਆ ਪਿਆਰਿਓ, ਉੱਠਦੇ ਸਾਥ ਹੀ ਉਹਨੇ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਗਨ ਤਾਪ ਤੇ ਪੀਰ ਨਾ ਤਨ ਮੈਂ। ਮਨ ਵਿੱਚ ਸੋਚਦਾ ਕਿ ਇਹ ਕਿਹੜੇ ਮਿੱਟੀ ਦੇ ਬਣੇ ਹੋਏ ਹਨ। ਨਿੱਕਾ ਜਿਹਾ ਕੋਈ ਪਾਣੀ, ਕਈ ਵਾਰੀ ਆਪਾਂ ਪਾਣੀ ਗਰਮ ਕਰਦੇ ਆਂ, ਪ੍ਰਸ਼ਾਦਾ ਪਾਣੀ ਤਿਆਰ ਕਰਦੇ, ਕੋਈ ਨਿੱਕਾ ਜਿਹਾ ਸ਼ੀਟ ਵੀ ਪੈ ਜਾਵੇ ਕਿੰਨਾ ਆਪਾਂ ਪਰੇਸ਼ਾਨ ਹੋ ਜਾਂਦੇ। ਲੇਕਿਨ ਇਹਨਾਂ ਨੂੰ ਤਾਂ ਮੈਂ ਉਬਲਦੀ ਹੋਈ ਦੇਗ ਦੇ ਵਿੱਚ ਬਿਠਾ ਦਿੱਤਾ। ਇਹ ਰੱਤਾ ਮਾਤਰ ਨਹੀਂ ਡੋਲੇ, ਪਤਾ ਨਹੀਂ ਕੀ ਹੈ ਇਹਨਾਂ ਦੇ ਅੰਦਰ। ਤਰਾਸ ਪਾਏ ਨਹਿ ਮਾਨੀ ਬਾਤ। ਮਨ ਵਿੱਚ ਸੋਚਦਾ ਕਿ ਇਹਨਾਂ ਨੇ ਤਰਾਸ ਨਹੀਂ ਮੰਨਣਾ ਕੀਤਾ ਤੇ ਬਾਤ ਵੀ ਨਹੀਂ ਮੰਨਣੀ ਕੀਤੀ ਹੈ,
ਕਿਉਂਕਿ ਪਿਆਰਿਓ ਜਿਹੜਾ ਨਾ ਸਮਝ ਹੋਵੇ ਤਾਂ ਉਹਦੇ ਸਾਹਮਣੇ ਪ੍ਰਤੱਖ ਵੀ ਪ੍ਰਮਾਤਮਾ ਆ ਜਾਵੇ, ਉਹ ਪ੍ਰਮਾਤਮਾ ਤੋਂ ਅਣਗਹਿਲਾ ਰਹਿ ਜਾਂਦਾ, ਖਾਲੀ ਰਹਿ ਜਾਂਦਾ। ਕਈ ਵਾਰੀ ਕਈ ਕਹਿੰਦੇ ਨਾ ਜੀ ਕਿੱਥੇ ਹੈ ਰੱਬ, ਕੋਈ ਕਰਾਮਾਤ ਕੋਈ ਸ਼ਕਤੀ ਦਿਖਾਓ। ਇਸ ਤੋਂ ਵੱਡੇ ਹੀ ਪਿਆਰਿਓ ਕੀ ਸ਼ਕਤੀ ਹੈ? ਕਦੇ ਵੇਖਿਆ ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਜਲ ਪਾਣ ਨਹੀਂ ਦਿੱਤਾ ਗਿਆ, ਇੱਕ ਥਾਂ ਤੇ ਬਿਠਾ ਕੇ ਰੱਖਿਆ ਗਿਆ। ਮਹਾਰਾਜ ਅਡੋਲ ਬੈਠੇ ਹੋਏ ਆਨੰਦ ਦੇ ਵਿੱਚ ਹੈ, ਕੋਈ ਦੁੱਖ ਨਹੀਂ ਹੈ, ਕੋਈ ਤਕਲੀਫ ਨਹੀਂ ਹੈ। ਉਬਲਦੀ ਹੋਈ ਦੇਗ ਦੇ ਵਿੱਚ ਵੀ ਮਹਾਰਾਜ ਜੀ ਨੂੰ ਬਿਠਾ ਦਿੱਤਾ ਗਿਆ। ਦੱਸੋ ਪਿਆਰਿਓ ਇਸ ਤੋਂ ਵੱਡੀ ਕੋਈ ਕਰਾਮਾਤ ਹੋ ਸਕਦੀ ਹੈ? ਲੇਕਿਨ ਜਿਨ੍ਹਾਂ ਦੇ ਕੋਲ ਪਿਆਰਿਓ ਅੱਖਾਂ ਨਹੀਂ ਹੈ, ਜਾਂ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਕ੍ਰੋਧ, ਈਰਖਾ, ਦਵੈਸ਼, ਅਹੰਕਾਰ ਭਰਿਆ ਹੋਇਆ, ਉਹ ਕਦੇ ਵੀ ਪਿਆਰਿਓ ਗੁਣਾਂ ਨੂੰ ਸਾਖਸ਼ਾਤ ਰੱਬ ਵੀ ਆ ਜਾਵੇ ਉਹ ਰੱਬ ਤੋਂ ਇਨਕਾਰੀ ਬਣ ਜਾਂਦੇ ਹਨ। ਇੰਨੀ ਵੱਡੀ ਕਰਾਮਾਤ ਵੇਖ ਕਰਕੇ ਵੀ ਮਨ ਵਿੱਚ ਕੁਛ ਵੀ ਭਤੀਜਿਆ ਨਹੀਂ, ਮਨ ਵਿੱਚ ਸੋਚਦਾ ਲੱਗਦਾ ਇਹ ਤੋਂ ਜ਼ਿਆਦਾ ਮੈਂ ਇਹਨਾਂ ਨੂੰ ਦੁੱਖ ਦਵਾਂ। ਨਹਿ ਜਾਣਤ ਮੇਰੋ ਹੋਏ ਘਾ, ਮਨ ਵਿੱਚ ਸੋਚਦਾ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹਨਾਂ ਦਾ ਮੈਨੇ ਘਾਤ ਕਰ ਦੇਣਾ, ਇਹਨਾਂ ਨੂੰ ਮੈਨੇ ਮਾਰ ਦੇਣਾ ਹੈ। ਤਪਤ ਬਾਰ ਕੀ ਲਗੀ ਨ ਕੋ, ਮਨ ਵਿੱਚ ਸੋਚਦਾ ਕਿ ਇਹਨਾਂ ਨੂੰ ਪਾਣੀ ਦੇ ਵਿੱਚ ਮੈਨੇ ਤਪਾਉਣਾ ਕੀਤਾ, ਲੇਕਿਨ ਇਹਨਾਂ ਨੂੰ ਤਪਤ ਨਹੀਂ ਲੱਗੀ ਹੈ। ਬਾਰੂ ਤਪਤ ਲਗਾਇਓ ਸੋ, ਹੁਣ ਕੋਈ ਗੱਲ ਨਹੀਂ ਹੈ, ਮੈਂ ਹੁਣ ਰੇਤਾ ਨੂੰ ਤਪਾ ਕਰਕੇ ਰੇਤਾ ਇਹਨਾਂ ਦੇ ਉੱਤੇ ਤੱਤਾ ਰੇਤਾ ਪਵਾਵਾਂਗਾ। ਚਿਤਵਤ ਹੀ ਖਾਏ ਆਹਾਰ, ਇਸ ਤਰ੍ਹਾਂ ਸੋਚਦਾ ਸੋਚਦਾ ਹੀ ਇਹਨੇ ਪਿਆਰਿਓ ਸਵੇਰ ਦਾ ਪ੍ਰਸ਼ਾਦਾ ਜਿਹੜਾ ਹੈ ਉਹ ਛਕਣਾ ਕੀਤਾ ਪਾਪੀ ਨੇ। ਆਏ ਪਾਤ ਕੀ ਬੜ ਹਤਿਆਰਾ, ਬਹੁਤ ਵੱਡਾ ਪਾਤ ਕੀ ਹਤਿਆਰਾ ਜਿਹੜਾ ਆ ਗਿਆ ਮਹਾਰਾਜ ਜੀ ਦੇ ਕੋਲ ਸਕੀਮਾਂ ਬਣਾ ਕਰਕੇ। ਔਰ ਬਿਖੇ ਸਿੱਖਨ ਕੋ ਹੀਰਾ, ਜਦੋਂ ਦਰਸ਼ਨੀ ਦਰਵਾਜ਼ੇ ਤੋਂ ਲੰਘ ਕਰਕੇ ਆ ਰਿਹਾ, ਭਾਈ ਪਿਰਾਣੇ ਨੂੰ ਤੇ ਦੂਜੇ ਸਿੱਖਾਂ ਨੂੰ ਜਦੋਂ ਤੱਕਿਆ ਹੈ, ਠਾਂਡੋ ਹੋਏ ਕਹਿਓ ਤਿਸ ਬੇਰਾ, ਖੜ ਕੇ ਇਹਨੇ ਉਸ ਵੇਲੇ ਬਚਨ ਕਰਨਾ ਕੀਤਾ। ਇਹ ਸਿੱਖ ਰੰਗ ਕਹਤ ਕਿਆ ਕਾਲੀ, ਨੌਕਰਾਂ ਨੂੰ ਕਹਿੰਦਾ ਆ ਭਿਖਾਰੀ ਸਿੱਖ ਜਿਹੜੇ ਹਨ ਕੱਲ ਕੀ ਇਹ ਬੋਲਦਾ ਸੀ ਆ ਭਾਈ ਪਿਰਾਣਾ, ਕਰੋ ਤਾੜਨਾ ਇਨਹ ਵਿਸ਼ਾਲੀ। ਨੌਕਰਾਂ ਨੂੰ ਕਹਿੰਦਾ ਇਹਨਾਂ ਨੂੰ ਛੱਡੋ ਨਾ, ਚੰਗੀ ਤਰ੍ਹਾਂ ਡੰਡੇ ਝਾੜਨਾ ਕਰੋ, ਇਹਨਾਂ ਦੀਆਂ ਲੱਤਾਂ ਭੰਨ ਦਿਓ। ਡਰ ਪਾਵਤ ਮੋਹ ਅਚਰਜ ਦੇਵਾ, ਐਵੇਂ ਮੈਨੂੰ ਡਰ ਦਿਖਾਉਂਦੇ ਹੋ, ਮੈਨੂੰ ਕਹਿੰਦੇ ਕਿ ਲਾਹੌਰ ਤੇ ਦਿੱਲੀ ਨੂੰ ਤਾੜੀ ਮਾਰ ਕੇ ਖਤਮ ਕਰਵਾ ਦਵਾਂਗੇ, ਆ ਚੰਦੂ ਨੂੰ ਮਾਰ ਦੇਣਾ। ਐਵੇਂ ਵਿਅਰਥ ਵਿੱਚ ਮੈਨੂੰ ਇਹ ਜਿਹੜਾ ਡਰ ਦਿਖਾਉਂਦਾ ਸੀ ਨਾ, ਛੁਟਵੇ ਕਾਰਨ ਕਰਤ ਫਰੇਬ, ਲੱਗਦਾ ਮੇਰੇ ਚੰਗਲ ਤੋਂ ਛੁੱਟਣ ਵਾਸਤੇ ਇਹ ਮੇਰੇ ਨਾਲ ਫਰੇਬ ਕਰਦੇ ਹਨ, ਮੈਨੂੰ ਡਰ ਦਿਖਾਉਂਦੇ। ਮੁਸ਼ਕਲ ਮੁਝ ਤੇ ਹੋਣ ਖਲਾਸੀ, ਫਿਰ ਵੀ ਕਹਿੰਦਾ ਸਿੱਖੋ ਕੰਨ ਖੋਲ ਕਰਕੇ ਸੁਣ ਲੈਣਾ ਕਰੋ, ਮੇਰੇ ਤੋਂ ਤੁਸੀਂ ਜੋ ਮਰਜ਼ੀ ਹੋ ਜਾਵੇ, ਜਿਉਂਦੇ ਜੀ ਤਾਂ ਮੈਂ ਤੁਹਾਨੂੰ ਨਹੀਂ ਛੱਡਣਾ, ਤੁਹਾਨੂੰ ਮਾਰ ਕੇ ਹੀ ਛੱਡਣਾ। ਮਨ ਹੈ ਜੇ ਨਹਿ ਤਾਉ ਦੇ ਫਾਸੀ, ਜੇ ਮੇਰਾ ਬਚਨ ਤੁਹਾਡਾ ਗੁਰੂ ਨਹੀਂ ਮੰਨੇਗਾ ਤੇ ਤੁਹਾਡੇ ਗੁਰੂ ਨੂੰ ਮੈਨੇ ਫਾਂਸੀ ਦੇ ਦੇਣੀ ਹੈ। ਜੈਸਨ ਤੇ ਸੁਨ, ਦਾ ਗੁਰੂ ਜਿਹੜਾ ਹੈ ਉਹ ਅਹੰਕਾਰੀ ਬਣ ਗਿਆ। ਨਹੀਂ ਮੋਹ ਕੋ ਮਨ ਮਹਿ ਲਿਆਇਓ, ਮੇਰੇ ਵਰਗੇ ਬਾਦਸ਼ਾਹ ਨੂੰ, ਮੇਰੇ ਵਰਗੇ ਉਮਰਾਵ ਨੂੰ ਤੁਹਾਡਾ ਗੁਰੂ ਰੱਤਾ ਮਾਤਰ ਮਨ ਵਿੱਚ ਨਹੀਂ ਲੈ ਕੇ ਆਉਂਦਾ ਹੈ। ਕਹਿ ਸੋਟੇ ਕੁਛ ਮਰਵਾ, ਇਸ ਤਰ੍ਹਾਂ ਕਹਿ ਕਰਕੇ ਨੌਕਰਾਂ ਚਾਕਰਾਂ ਨੂੰ ਕਹਿ ਕਰਕੇ ਕਿ ਭਾਈ ਚੰਗੀ ਤਰ੍ਹਾਂ ਇਹਨਾਂ ਸਿੱਖਾਂ ਨੂੰ ਸੋਟਿਆਂ ਦੇ ਨਾਲ ਮਾਰਨਾ ਕਰੋ, ਕੁੱਟਣਾ ਕਰੋ। ਰਹੇ ਮੌਨ ਗੁਰ ਤੇ ਡਰ ਪਾਏ, ਗੁਰੂ ਕੇ ਸਿੱਖ ਪਿਆਰਿਓ ਉਹ ਵੀ ਚਾਹੁੰਦੇ ਸੀ ਕਿ ਕੁਛ ਆਪਾਂ ਵੀ ਕਰਾਮਾਤ ਦਿਖਾਈਏ, ਲੇਕਿਨ ਮਹਾਰਾਜ ਜੀ ਦੀ ਆਗਿਆ ਨਹੀਂ ਸੀ ਤਾਂ ਗੁਰੂ ਕੇ ਸਿੱਖ ਵੀ ਚੁੱਪਚਾਪ ਡੰਡੇ ਖਾ ਗਏ। ਨਹੀਂ ਸ਼ਕਤ ਕਿਨ ਕੀਨ ਦਿਖਾਵ, ਕਿਸੇ ਨੇ ਵੀ ਪਿਆਰਿਓ, ਕਿਉਂਕਿ ਮਹਾਬਲੀ ਭਾਈ ਵਿਧੀ ਚੰਦ ਜੀ ਸਨ, ਭਾਈ ਪਿਰਾਣਾ ਸੀ, ਭਾਈ ਮੁਖਾ ਸੀ, ਭਾਈ ਲੰਗਾ ਸੀ, ਇਤਿਆਦਿਕ ਜਿਹੜੇ ਮਹਾਬਲੀ ਸੂਰਮੇ ਸਨ, ਫਿਰ ਵੀ ਪਿਆਰਿਓ ਇਹਨਾਂ ਨੇ ਰੱਤਾ ਮਾਤਰ ਸ਼ਕਤੀ ਨੂੰ ਨਹੀਂ ਦਿਖਾਉਣਾ ਕੀਤਾ। ਬੈਠ ਰਹੇ ਕਰ ਮਨ ਮੁਰਝਾਵਨ, ਮਨ ਦੇ ਵਿੱਚ ਮੁਰਝਾ ਕਰਕੇ ਬੈਠੇ ਰਹੇ। ਗਮਨਿਓ ਸਤਿਗੁਰ ਕੇ ਪਾਸ, ਫਿਰ ਆ ਪਾਪੀ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਗਿਆ, ਕਹੇ ਕੁਬਾਕ ਉਪਾਵਹਿ ਤਰਾ, ਫਿਰ ਜਾ ਕਰਕੇ ਮਹਾਰਾਜ ਜੀ ਦੇ ਨਾਲ ਖੋਟਾ ਬਚਨ ਇਹ ਪਾਪੀ ਕਰਦਾ। ਤੂੰ ਕਰ ਕਹਿਵੇ ਕੋ ਫਲ ਜੋਈ, ਕਹਿੰਦਾ ਅਰਜਨ ਦੇਵ ਮੈਨੂੰ ਕੁੱਤਾ ਬੋਲਿਆ ਸੀ ਨਾ, ਕੁੱਤਾ ਫਲ ਮਿਲ ਗਿਆ ਨਾ ਤੁਹਾਨੂੰ, ਕਿੱਤਾ ਬੋਲਣ ਦਾ ਕੀ ਤੁਹਾਡਾ ਮੈਨੇ ਹਾਸ਼ਰ ਕਰਨਾ ਕੀਤਾ। ਨਹੀਂ ਕਿ ਨਹੀਂ ਬਤਾਵੋ ਸੋਈ, ਹੁਣ ਵੀ ਦੱਸ ਦਿਓ ਕਿ ਤੁਹਾਨੂੰ ਤੁਹਾਡਾ ਫਲ ਪ੍ਰਾਪਤ ਹੋਇਆ ਕਿ ਨਹੀਂ ਹੋਇਆ ਹੈ। ਅਬ ਲੋ ਕਹਾਂ ਸ਼ਾਸਨਾ ਬਣੀ, ਹੁਣ ਤੱਕ ਤਾਂ ਮੈਨੇ ਤੁਹਾਨੂੰ ਕੋਈ ਤਕਲੀਫ ਨਹੀਂ ਦਿੱਤੀ ਹੈ, ਇਹ ਤਾਂ ਮੈਨੇ ਸ਼ੁਰੂਆਤ ਕੀਤੀ, ਹੁਣ ਤਾਂ 5-10% ਵੀ ਮੈਨੇ ਤੁਹਾਨੂੰ ਦੁੱਖ ਨਹੀਂ ਦਿੱਤਾ,
ਹੁਣ ਜੋ ਮੈਂ ਕਰਨ ਵਾਸਤੇ ਜਾ ਰਿਹਾ ਨਾ ਉਹ ਅੱਤ ਹੈ ਅੱਤ। ਦੇਖੋ ਆਜ ਹੋਏ ਜਿਮ ਘਨੀ, ਹੁਣ ਅੱਜ ਤੁਸੀਂ ਵੇਖ ਲੈਣਾ ਕਰੋ ਮੈਂ ਤੁਹਾਨੂੰ ਕਿੰਨੀ ਘਣੀ ਸ਼ਾਸਨਾ ਦਵਾਂਗਾ, ਤਾੜਨਾ ਕਰਾਂਗਾ। ਹੋਤ ਨਹੀਂ ਮੈਂ ਮਿਥਿਆਬਾਦੀ, ਤੁਹਾਡੇ ਵਰਗਾ ਮੈਂ ਮਿਥਿਆਬਾਦੀ ਨਹੀਂ ਆ, ਐਵੇਂ ਝੂਠ ਨਹੀਂ ਮਾਰਦਾ, ਜੋ ਬੋਲਦਾ ਮੈਂ ਕਰਕੇ ਦਿਖਾਉਂਦਾ। ਦਿਉ ਅਤ ਗਮੀ ਕੇ ਦਿਉ ਅਬਸ਼ਾਦੀ, ਤੇ ਜਾਂ ਤਾਂ ਤੁਹਾਨੂੰ ਅੱਤ ਦਾ ਮੈਂ ਗਮੀ ਕਰ ਦਵਾਂਗਾ, ਅੱਤ ਦਾ ਦੁੱਖ ਦੇ ਦਵਾਂਗਾ, ਜਾਂ ਤਾਂ ਅੱਤ ਦੀ ਸ਼ਾਦੀ ਆਨੰਦ ਦਵਾਂਗਾ। ਰਿਸ਼ਤਾ ਮੰਨ ਲਿਓ, ਮੇਰੀ ਜੋ ਬੇਨਤੀ ਹੈ, ਮੇਰਾ ਬਚਨ ਮੰਨ ਲਿਓ, ਤੁਹਾਨੂੰ ਸ਼ਾਦੀ ਦੇ ਦਵਾਂਗਾ। ਸ਼ਾਦੀ ਦਾ ਮਤਲਬ ਸੁੱਖ ਹੈ। ਜੇ ਤਾਂ ਤੁਹਾਨੂੰ ਅੱਤ ਦਾ ਸੁੱਖ ਲੈਣਾ ਉਹ ਵੀ ਮੈਂ ਦੇ ਸਕਦਾ, ਅੱਤ ਦਾ ਦੁੱਖ ਵੀ ਮੈਂ ਤੁਹਾਨੂੰ ਦਵਾਂਗਾ। ਜਿਸ ਧਨ ਕੋ ਠਾਨਤ ਹੰਕਾਰ, ਆ ਜਿਹੜਾ ਧਨ ਤੁਸਾਂ ਨੇ ਸਿੱਖਾਂ ਤੋਂ ਪ੍ਰਾਪਤ ਕਰਕੇ ਜਿਹਦਾ ਬੜਾ ਅਹੰਕਾਰ ਅਭਿਮਾਨ ਕਰਦੇ ਹੋ, ਤੂੰ ਸਭ ਜਪਤ ਕਰੂੰ ਘਰਵਾ। ਕੋਈ ਗੱਲ ਨਹੀਂ ਹੈ। ਹੁਣੇ ਰਾਜੇ ਨੇ ਇਹ ਵੀ ਆਰਡਰ ਵੀ ਜਾਰੀ ਕਰ ਦਿੱਤਾ ਤੇ ਜਹਾਂਗੀਰ ਨੇ ਪਿਆਰਿਓ ਆਪਣੇ ਜੀਵਨ ਦੇ ਵਿੱਚ ਉਹਨੇ ਕੁਝ ਕੇ ਜਹਾਂਗੀਰੀ ਦੇ ਵਿੱਚ ਲਿਖਿਆ ਸੀ। ਉਹਨੇ ਮਹਾਰਾਜ ਜੀ ਦਾ ਪੂਰਾ ਪਰਿਵਾਰ, ਮੁਰਤੁਜ਼ਾ ਖਾਨ ਜਿਹੜਾ ਹੈ ਉਹ ਹਾਕਮ ਸੀ ਲਾਹੌਰ ਦਾ, ਉਹਦੇ ਹਵਾਲੇ ਕਰ ਦਿੱਤਾ ਗਿਆ ਗੁਰ ਅਰਜਨ ਮਲ ਦਾ ਘਰ ਘਾਟ ਉਜਾੜ ਦੇਣਾ। ਇਹਨਾਂ ਦੀ ਜਿੰਨੀ ਸੰਪਤੀ ਜਿਹੜੀ ਹੈ ਸਰਕਾਰੀ ਖਜ਼ਾਨੇ ਦੇ ਵਿੱਚ ਉਹਨੂੰ ਅਟੈਚ ਕਰ ਦੇਣਾ। ਪ੍ਰਥਮ ਕਰੂੰ ਤੇਰੂ ਤਨਕਾਤ, ਕਹਿੰਦਾ ਸਤਿਗੁਰੂ ਮਹਾਰਾਜ ਜੀ ਨੂੰ ਕਿ ਸਭ ਤੋਂ ਪਹਿਲੇ ਤੁਹਾਡਾ ਘਾਤ ਕਰਨਾ ਹੈ। ਹੁਣ ਕਹਿਵਾਏ ਲੇਹੁ ਤੂੰ ਫਿਰ ਜਿਸ ਬੱਚੇ ਦਾ ਰਿਸ਼ਤਾ ਮੋੜਿਆ ਸੀ ਨਾ, ਮੈਂ ਉਹ ਬੱਚੇ ਨੂੰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਫੜਨਾ। ਨਾਤਾ ਮਨ ਹੈ ਕਰੂੰ ਖਲਾਸੀ, ਜੇ ਨਾਤਾ ਨਹੀਂ ਮੰਨਦੇ ਤਾਂ ਫਿਰ ਮੈਂ ਤੁਹਾਡੀ ਖਲਾਸੀ ਕਰ ਦਵਾਂਗਾ। ਨਾਹੀਂ ਤਾਂ ਹਤੋਂ ਘਾਲ ਗਰਫਾਸੀ, ਨਹੀਂ ਤਾਂ ਗਲ ਵਿੱਚ ਫਾਈ ਪਾ ਕਰਕੇ ਤੁਹਾਨੂੰ ਵੀ ਮਾਰ ਦੇਣਾ, ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਕਰਕੇ ਤੁਹਾਡਾ ਗੁਰੂ ਘਰ ਘਾਟ ਉਜਾੜ ਦੇਣਾ ਹੈ। ਤਬ ਪ੍ਰਾਪਤ ਹੋਏ ਮਨ ਚਿਤ ਸ਼ਾਂਤੀ, ਲੱਗਦਾ ਉਸ ਵੇਲੇ ਮੇਰਾ ਮਨ ਜਿਹੜਾ ਸ਼ਾਂਤ ਹੋਵੇਗਾ, ਸ਼ਾਂਤੀ ਆਵੇਗੀ ਮਨ ਨੂੰ। ਵਿਧਵਾ ਲਖੋਂ ਸੁਤਾ ਪਸਚਾਤੀ, ਕੋਈ ਗੱਲ ਨਹੀਂ ਹੈ। ਤੁਹਾਡੇ ਬੱਚੇ ਨੂੰ ਮਾਰ ਕਰਕੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਖਤਮ ਕਰਕੇ ਮੈਂ ਮੇਰੀ ਬੱਚੀ ਨੂੰ ਕਹਿ ਦਵਾਂਗਾ ਕਿ ਬੱਚੀਏ ਤੂੰ ਵਿਧਵਾ ਹੋ ਗਈ ਹੈ, ਹੁਣ ਵਿਧਵਾ ਬਣ ਕੇ ਰਹਿਣਾ ਕਰ। ਕਿਮ ਕਹਿ ਭਾਟ ਵਿਖੇ ਤੇ ਬਾਰੂ, ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਇਹਨੇ ਜਿਹੜਾ ਭਾਠ ਜਿਹੜਾ ਹੈ ਉਹਦੇ ਵਿੱਚੋਂ ਬਾਰੂ ਜਿਹੜੀ ਹੈ, ਜਿਹੜਾ ਹੈ ਭੜਪੂੰਜਾ ਸੀ, ਗੁਰਦਿੱਤਾ ਭੜਪੂੰਜਾ ਉਹਦਾ ਨਾਮ ਸੀ। ਉਹਦਾ ਵੀ ਨਾਮ ਇਤਿਹਾਸ ਦੇ ਵਿੱਚ ਆਉਂਦਾ ਤੇ ਉਤੋਂ ਇਹਨੇ, ਉਹਦੇ ਕੋਲ ਬਹੁਤ ਵੱਡਾ ਰੇਤਾ ਦਾ ਪੱਠਾ ਸੀ ਤੇ ਜਿਹਦੇ ਵਿੱਚ ਆ ਪੱਠਾ ਬਾਲ ਕਰਕੇ ਉਹਦੇ ਵਿੱਚ ਕੁਝ ਪਦਾਰਥ ਉਹ ਤਿਆਰ ਕਰਦਾ। ਮੰਗਵਾਇ ਸਤਹਿ ਕਰਹਿ ਨਿਹਾਰੂ, ਉਹ ਲਿਆ ਕਰਕੇ ਫਿਰ ਆਪਣੇ ਚਾਕਰਾਂ ਨੂੰ ਕਹਿੰਦਾ ਮੈਨੂੰ ਦਿਖਾਓ ਕਿ ਇਹ ਰੇਤਾ ਗਰਮ ਹੈ ਜਾਂ ਠੰਡਾ ਹੈ। ਤਪਤ ਕਰਨ ਕੀ ਆਇਸ ਦਈ, ਇਹ ਪਾਪੀ ਨੇ ਕੀ ਕਿਹਾ ਕਿ ਹੁਣ ਤੁਸੀਂ ਉੱਥੋਂ ਲੈ ਕੇ ਆਏ ਰੇਤਾ ਲੱਗਦਾ ਥੋੜਾ ਠੰਡਾ ਹੋ ਗਿਆ, ਹੁਣੇ ਅੱਗ ਬਾਲੋ ਇੱਕ ਡੂਨੇ ਦੇ ਵਿੱਚ ਰੇਤਾ ਪਾ ਕਰਕੇ ਰੇਤੇ ਨੂੰ ਇੰਜ ਤਪਾਓ ਜਿਸ ਤਰ੍ਹਾਂ ਇਹ ਰੇਤਾ ਸ਼ੋਲੇ ਦੇ ਵਿੱਚ ਤਬਦੀਲ ਹੋ ਜਾਵੇ, ਲਾਲੋ ਲਾਲ ਹੋ ਜਾਵੇ। ਬਹੁਤ ਸਮਧਾ ਉਪਰ ਤਿਸ ਪਈ, ਬਹੁਤ ਜ਼ਿਆਦੀ ਇਹਦੇ ਵਿੱਚ ਸਮਧਾ ਪਾਓ, ਅੱਗ ਬਾਲ ਕਰਕੇ ਰੇਤੇ ਨੂੰ ਤਪਾਉਣਾ ਕਰੋ। ਦੇ ਦੇ ਆਂਚ ਤਪਤ ਕਰਵਾ, ਆਂਚ ਦੇ ਕਰਕੇ ਇਹਨੇ ਉਹ ਰੇਤੇ ਨੂੰ ਬਹੁਤ ਤੱਤਾ ਕਰਾਉਣਾ ਕੀਤਾ। ਅਗਨ ਸਮਾਨ ਤੇਜ ਪ੍ਰਵਿਸ਼ਾਇ, ਜਦੋਂ ਪਿਆਰਿਓ ਉਹ ਰੇਤਾ ਜਿਹੜਾ ਹੈ ਅੱਗ ਦੇ ਵਾਂਗੂ ਬਣ ਗਿਆ। ਕਦੇ ਆਪ ਜੀ ਪਿਆਰਿਓ ਯਾਦ ਰੱਖੋ, ਅੱਗ ਦਾ ਸੇਕ, ਅੱਗ ਜਿਹੜੀ ਹੈ ਕਈ ਵਾਰੀ ਉਹਦਾ ਉਨਾ ਜ਼ਿਆਦਾ ਟੈਂਪਰੇਚਰ ਨਹੀਂ ਹੁੰਦਾ, ਲੇਕਿਨ ਉਹੀ ਅੱਗ ਦੇ ਵਿੱਚ ਤਪਾ ਕਰਕੇ ਰੇਤੇ ਨੂੰ ਜਾਂ ਲੋਹੇ ਨੂੰ ਜਦੋਂ ਤਪਾ ਦਿਓ, ਅੱਗ ਜਿਹੜੀ ਹੈ 100 ਡਿਗਰੀ ਦੀ ਹੋਵੇਗੀ, ਉਹ ਪਿਆਰਿਓ 300 ਡਿਗਰੀ ਦੀ ਹੋ ਜਾਵੇਗੀ। ਅੱਗ ਦੇ ਨਾਲੋਂ ਔਰ ਜ਼ਿਆਦਾ ਉਹ ਤੱਤਾ ਹੋ ਜਾਂਦਾ ਹੈ, ਅੱਗ ਦੇ ਨਾਲੋਂ ਔਰ ਜ਼ਿਆਦਾ ਉਹ ਘਾਤਕ ਬਣ ਜਾਂਦਾ। ਇੱਕ ਜੇਸ਼ਟ ਕੀ ਰੁੱਤ ਅਤਕਾ, ਕਵੀ ਰਾਜੀ ਕਹਿੰਦੇ ਕਿ ਭਾਈ ਆ ਜੇਠ ਦੀ ਰੁੱਤ ਹੈ। ਹੁਣ ਜਿਹੜੀ ਰੁੱਤ ਵੀ ਚੱਲ ਰਹੀ ਨਾ ਪਿਆਰਿਓ, ਇਹ ਜੇਠ ਦੀ ਰੁੱਤ ਹੈ। ਜੇਠ ਦੀ ਰੁੱਤ ਕਦੇ ਆਪ ਜੀ ਤੱਕੋ ਉਂਜੀ ਪਿਆਰਿਓ ਇੰਨੀ ਜ਼ਿਆਦੀ ਗਰਮੀ ਹੁੰਦੀ ਹੈ। ਹੁਣ ਵੇਖੋ ਆਪਾਂ ਦਰਬਾਰ ਸਾਹਿਬ ਦੇ ਵਿੱਚ ਆਉਂਦੇ, ਕਈ ਵਾਰੀ ਫਰਸ਼ ਜਿਹੜੀ ਹੈ ਤੇ ਆਪ ਨੇ ਵੇਖਿਆ ਹੋਵੇਗਾ, ਕਈ ਵਾਰੀ ਆਪਾਂ ਉਹਦੇ ਉੱਤੇ ਪੂੰਝਾ ਲਾਉਂਦੇ ਆ, ਪਾਣੀ ਦੇ ਨਾਲ ਧੋਂਦੇ ਆ, ਫਿਰ ਵੀ ਪਿਆਰਿਓ ਕਿੰਨੀ ਤੱਤੀ ਹੋ ਜਾਂਦੀ ਹੈ। ਉਹਦੇ ਉੱਤੇ ਪੈਰ ਰੱਖਿਆ ਪੈਰ ਸੜ ਜਾਂਦਾ,
ਅਤ ਦੀ ਜੇਠ ਦੀ ਇਹ ਰੁੱਤ ਹੈ, ਅਤ ਦੀ ਗਰਮੀ ਹੈ। ਮਹਾ ਤਪਤ ਤੇ ਤਪਹਿ ਤਮਾਮ। ਸਾਰਾ ਸੰਸਾਰ ਜਿਹੜਾ ਹੈ ਤਪਸ਼ ਦੇ ਨਾਲ ਤਪ ਰਿਹਾ, ਉਬਾਲੇ ਖਾ ਰਿਹਾ ਹੈ। ਲੂਆਂ ਚਲਹਿ ਸਹੀ ਨਹਿ ਜਾਏ। ਇਹ ਜਿਹੜੀ ਰੁੱਤ ਦੇ ਵਿੱਚ ਲੂ ਚੱਲਦੀ ਹੈ, ਜਦੋਂ ਲੂ ਵਗਦੀ ਨਾ ਪਿਆਰਿਓ, ਕਈ ਵਾਰੀ ਆਪ ਜੀ ਵੇਖੋ ਖਬਰਾਂ ਦੇ ਵਿੱਚ ਦੱਸਦੇ, ਜਦੋਂ ਤੱਤੀ ਲੂ ਵਗਦੀ ਹੈ, ਕਈ ਲੋਕ ਜਿਹੜੇ ਸਫ਼ਰ ਕਰਨ ਵਾਲੇ, ਜੇ ਲੂ ਚੜ ਜਾਵੇ ਦਿਮਾਗ ਦੇ ਤੇ ਬੰਦਾ ਮਰ ਜਾਂਦਾ। ਕਈ ਵਾਰੀ ਆਪਣੇ ਨਾਲ ਵੀ ਹੁੰਦਾ, ਕਦੇ ਵੇਖਿਆ ਹੋਵੇਗਾ ਆਪ ਜੀ ਦੇ ਵੀ ਨਾਲ, ਕਿ ਨੱਕ ਦੇ ਵਿੱਚੋਂ ਖੂਨ ਜਿਹੜਾ ਇੱਕਦਮ ਨਿਕਲ ਜਾਂਦਾ, ਨੱਕ ਪੱਕ ਜਾਂਦੇ ਹਨ, ਕੰਨਾਂ ਦੇ ਵਿੱਚੋਂ ਵੀ ਕਈ ਵਾਰੀ ਖੂਨ ਨਿਕਲ ਜਾਂਦਾ। ਕਈ ਵਾਰੀ ਲੂ ਬਹੁਤ ਜ਼ਿਆਦੀ ਚੜ ਜਾਵੇ ਤੇ ਬੰਦਾ ਉਂਝ ਹੀ ਮਰ ਜਾਂਦਾ ਹੈ, ਉਂਝ ਹੀ ਖਤਮ ਹੋ ਜਾਂਦਾ। ਇੰਜ ਲਾਹੌਰ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਲੂ ਚੱਲ ਰਹੀ ਸੀ, ਤੱਤੀ ਲੂ ਚੱਲ ਰਹੀ ਸੀ। ਉਨ ਪਾਵਕ ਕੋ ਭਾ ਬਹੁ ਦਾਹੇ। ਕਵੀ ਰਾਜੀ ਕਹਿੰਦੇ ਕਿ ਜੇਠ ਦੀ ਰੁੱਤ ਤਪ ਰਹੀ ਹੈ, ਲੂਆਂ ਤਪ ਰਹੀਆਂ, ਇਹਦੇ ਵਿੱਚ ਇਹਨੇ ਫਿਰ ਅੱਗ ਨੂੰ ਵੀ ਤਪਾਇਆ। ਜਿਸ ਦਿਨ ਤੇ ਪ੍ਰਵੇਸ਼ੇ ਗੁਣ ਖਾਨੇ। ਜਿਸ ਦਿਨ ਤੋਂ ਸਤਿਗੁਰੂ ਮਹਾਰਾਜ ਇਹਦੇ ਘਰ ਵਿੱਚ ਪ੍ਰਵੇਸ਼ ਹੋਏ, ਪਚਿਓ ਨ ਭੋਜਨ ਪੀਓ ਨ ਪਾਣੀ। ਮਹਾਰਾਜ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ, ਜਲ ਵੀ ਨਹੀਂ ਛਕਣਾ ਕੀਤਾ। ਸਿਕਤਾ ਤਪਤ ਬਿਲੋਕਤ ਬੋਲਾ। ਜਦੋਂ ਇੱਕਦਮ ਪੂਰੀ ਉਹ ਸਿਕਤਾ ਜਿਹੜੀ ਹੈ, ਰੇਤ ਦੇ ਕਣ ਤਪ ਗਏ, ਜਦੋਂ ਅੰਗਾਰਿਆਂ ਦੇ ਵਿੱਚ ਉਹ ਤਬਦੀਲ ਹੋ ਗਏ, ਸ਼ੋਲਿਆਂ ਦੇ ਵਿੱਚ ਬਦਲ ਗਏ। ਸ਼ੋਲੇ ਦਾ ਮਤਲਬ ਖਾਣ ਵਾਲੇ ਨਹੀਂ, ਕਈ ਵਾਰੀ ਰੇਤਾ ਜਿਹੜਾ ਹੁੰਦਾ, ਕਦੇ ਆਪ ਜੀ ਜਦੋਂ ਆਪਾਂ ਚੁੱਲ੍ਹਾ ਬਾਲਦੇ ਨਾ ਲੱਕੜ ਦਾ, ਉਹਦੇ ਵਿੱਚ ਨਿੱਕੀਆਂ ਨਿੱਕੀਆਂ ਚਿੰਗਾੜੀਆਂ ਜਿਹੜੀਆਂ ਹਨ, ਉਹਨੂੰ ਸ਼ੋਲੇ ਬੋਲਦੇ। ਜਦੋਂ ਰੇਤ ਨੂੰ ਵੀ ਜ਼ਿਆਦਾ ਤਪਾ ਦਿਓ, ਉਹ ਸ਼ੋਲੇ ਬਣ ਜਾਂਦੇ, ਇੱਕਦਮ ਲਾਲੋ ਲਾਲ ਰੇਤਾ ਜਦੋਂ ਹੋ ਗਈ ਹੈ। ਮਨੁ ਨਰਕ ਦਰ ਢਾਂਪਨ ਖੋਲਾ। ਉਹਨੂੰ ਵੇਖ ਕਰਕੇ ਇਹਨੇ ਜਦੋਂ ਆਪਣਾ ਮੂੰਹ ਖੋਲਿਆ ਨਾ, ਕਵੀ ਰਾਜੀ ਕਹਿੰਦੇ ਪਾਪੀ ਨੇ ਆਪਣੇ ਵਾਸਤੇ ਨਰਕਾਂ ਦਾ ਦਰਵਾਜ਼ਾ ਖੋਲ ਦਿੱਤਾ। ਲਿਆਵੋ ਵਹਿਰ ਦਿਖਾਏ ਬਿਠਾਓ। ਸੇਵਕਾਂ ਨੂੰ ਕਹਿੰਦਾ ਹੁਣੇ ਲਿਆਓ ਅਰਜਨ ਮਲ ਨੂੰ ਲਿਆ ਕਰਕੇ ਤੱਤਾ ਆ ਜਿਹੜਾ ਹੈ ਬਾਰ-ਬਾਰ ਧੁੱਪ ਦੇ ਹੇਠ ਬਿਠਾਓ। ਨਹਿ ਜੇ ਕਰੈ ਤਰਾਸ ਉਪਜਾਵੋ। ਜੇ ਉਹ ਨਹੀਂ ਮੰਨਦੇ ਤੇ ਮਾਰ ਕੁੱਟ ਕਰਕੇ ਘਸੀਟ ਕੇ ਲੈ ਕੇ ਆਓ। ਤਬ ਸਤਿਗੁਰ ਉਠ ਬਾਹਰ ਆਏ। ਮਹਾਰਾਜ ਜੀ ਨੇ ਕਿਹਾ ਭਈ ਤੁਹਾਨੂੰ ਕਸ਼ਟ ਕਰਨ ਦੀ ਲੋੜ ਨਹੀਂ ਹੈ, ਆਪ ਚੱਲ ਕਰਕੇ ਬਾਹਰ ਆ ਗਏ। ਧਰਨੀ ਧਰਨੀ ਤੀਰ ਸਿਖਾਏ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੰਜ ਧਰਤੀ ਨੂੰ ਵੀ ਸਿਖਾ ਦਿੱਤਾ ਕਿ ਧਰਤੀਏ ਇੰਜ ਨਹੀਂ, ਇੰਜ ਤੀਰਜ ਜਿਹੜਾ ਹੈ ਧਾਰਨ ਕਰਨਾ ਚਾਹੀਦਾ ਹੈ। ਕਹਿੰਦੇ ਨਾ ਪਿਆਰਿਓ, ਧਰਤੀ ਦੇ ਅੰਦਰ ਬਹੁਤ ਜ਼ਿਆਦਾ ਧੀਰਜ ਹੈ। ਤੇ ਕਈ ਕਿਹਾ ਧਰਤੀ ਨੇ, ਇੰਨੇ ਲੋਕ ਮੇਰੇ ਉੱਤੇ ਚੱਲਦੇ, ਥੁੱਕਦੇ, ਵਿਸ਼ਤਾ ਕਰਦੇ, ਕੀ ਕੁਛ ਨਹੀਂ ਕਰਦੇ ਆ ਪਿਆਰਿਓ। ਮਹਾਰਾਜ ਜੀ ਨੇ ਕਿਹਾ ਨਾ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਆ ਧਰਤੀ ਹੈ, ਮਾਤਾ ਹੈ। ਜਿਸ ਤਰ੍ਹਾਂ ਕਿ ਮਾਂ ਦੇ ਅੰਦਰ ਮਾਦਾ ਤਾਂ ਵੀ ਪਿਆਰਿਓ ਤੀਰਜ ਕਈ ਵਾਰੀ ਟੁੱਟ ਜਾਂਦਾ, ਲੇਕਿਨ ਧਰਤੀ ਦਾ ਤੀਰਜ ਨਹੀਂ ਟੁੱਟਦਾ। ਲੇਕਿਨ ਕਈ ਵਾਰੀ ਧਰਤੀ ਦਾ ਤੀਰਜ ਟੁੱਟ ਜਾਂਦਾ, ਲੇਕਿਨ ਸਤਿਗੁਰੂ ਮਹਾਰਾਜ ਧਰਤੀ ਨੂੰ ਕਹਿੰਦੇ ਧਰਤੀ ਹੈ ਇੰਜ ਨਹੀਂ, ਇੰਜ ਧੀਰਜ ਧਾਰਨ ਕਰਨਾ ਕਰ। ਹਰਕ ਸ਼ੋਕ ਕੋ ਲੇਸ਼ ਨਾ ਰਿਦੇ। ਮਹਾਰਾਜ ਜੀ ਦੇ ਮਨ ਵਿੱਚ ਰੱਤਾ ਮਾਤਰ ਹਰਕ ਸ਼ੋਕ ਨਹੀਂ ਹੈ। ਤਨ ਹੰਤਾ ਉਤਪਤ ਨਹਿ ਕਦੇ। ਤਨ ਹੰਤਾ ਮਹਾਰਾਜ ਜੀ ਨੇ ਖਤਮ ਕਰ ਦਿੱਤੀ ਹੈ। ਜਿਸ ਅਵਸਥਾ ਹੋਏ ਬ੍ਰਹਮ ਗਿਆਨ। ਜਿਸ ਤਰ੍ਹਾਂ ਵੱਡੇ ਵੱਡੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਅਵਸਥਾ ਹੁੰਦੀ। ਜਗ ਮਹਿ ਜਨੂ ਜਨਾਏ ਬਿਦਮਾਨੀ। ਸਤਿਗੁਰੂ ਮਹਾਰਾਜ ਜੀ ਨੇ ਜਗਤ ਦੇ ਵਿੱਚ ਉਹ ਅਵਸਥਾ ਨੂੰ ਆਪ ਦਿਖਾ ਦਿੱਤਾ। ਬ੍ਰਹਮ ਗਿਆਨੀ ਦੀ ਮਹਾਰਾਜ ਜੀ ਨੇ ਇੱਕ ਪੂਰੀ ਪੌੜੀ ਉਚਾਰਨ ਕੀਤੀ, ਆਸ਼ਟਪਦੀਆਂ ਤੇ ਸ਼ਲੋਕ ਉਚਾਰਨ ਕਰਨਾ ਕੀਤਾ ਕਿ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ, ब्रह्म ज्ञानी सब सृष्ट का करता, ब्रह्म ज्ञानी सद जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पुरख पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ है, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी ਸਰਬ ਕਾ ਧਨੀ। ਇਹ ਮਹਾਰਾਜ ਜੀ ਨੇ ਪੂਰੀ ਅਸ਼ਟਪਦੀ ਦੀ ਆਪ ਆਪਣੇ ਜੀਵਨ ਦੇ ਵਿੱਚ ਵਿਆਖਿਆ ਕਰਕੇ ਦਿਖਾ ਦਿੱਤਾ ਹੈ। ਭੂਖ ਨਾ ਪਿਆਸ ਨਾ ਮੁਖ ਮੁਰਝਾਇਆ। ਮਹਾਰਾਜ ਜੀ ਨੇ ਨਾ ਪ੍ਰਸ਼ਾਦਾ ਛਕਿਆ ਨਾ ਜਲ ਛਕਿਆ। ਪਿਆਰਿਓ ਅੱਧਾ ਘੰਟਾ ਵੀ ਹੁਣ ਇਹ ਰੁੱਤ ਦੇ ਵਿੱਚ ਪਾਣੀ ਤੋਂ ਰੋਕ ਦਿਓ। ਬੰਦੇ ਨੂੰ ਤ੍ਰੇਹ ਲੱਗ ਜਾਵੇ ਨਾ ਪਾਣੀ ਪਾਣੀ ਬੋਲੇ ਉਹਨੂੰ ਰੋਕ ਦਿਓ। ਪ੍ਰਸ਼ਾਦਾ ਜਿਹੜਾ ਮੰਗਦਾ ਰੋਕ ਦਿਓ। ਅੱਧੇ ਘੰਟੇ ਦੇ ਵਿੱਚ ਤੋਂ ਤੁਸੀਂ ਵੇਖੋਗੇ ਉਹਦਾ ਮੂੰਹ ਮੁਰਝਾ ਜਾਂਦਾ। ਆਪਾਂ ਨੂੰ ਪਤਾ ਲੱਗ ਜਾਂਦਾ ਭਈ ਕੀ ਗੱਲ ਹੈ, ਤੇਰਾ ਮੂੰਹ ਮੁਰਝਾਇਆ ਹੋਇਆ।
ਅਗੋਂ ਕਹਿੰਦਾ ਕਿ ਭਾਈ ਪਿਆਸ ਲੱਗੀ ਹੈ, ਪ੍ਰਸ਼ਾਦਾ ਛਕਣਾ ਹੈ। ਲੇਕਿਨ 2-3 ਦਿਨ ਹੋ ਗਏ ਪਿਆਰਿਓ, ਮਹਾਰਾਜ ਜੀ ਨੇ ਜਲ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ। ਉਹੀ ਚਿਹਰੇ ਦੇ ਵਿੱਚ ਆਨੰਦ, ਉਹੀ ਜਾਹੋ ਜਲਾਲ ਭਖ ਰਿਹਾ ਹੈ। ਮਨ ਕੀ ਬ੍ਰਿਤ ਇੱਕ ਰਸ ਸੁਖ ਪਾਇਆ, ਮਨ ਦੀ ਬ੍ਰਿਤੀ ਇੱਕ ਸਮਾਨ ਹੈ ਸਤਿਗੁਰੂ ਮਹਾਰਾਜ ਜੀ ਦੀ। ਕੈਸ ਕਠੋਰ ਚੰਦੂ ਕੁਲ ਘਾਤੀ, ਚੰਦੂ ਜਿਹੜਾ ਕੁਲ ਘਾਤੀ ਨੇ ਬਹੁਤ ਕਠੋਰ ਬਚਨ ਕੀਤੇ। ਕੀਨਸ ਛਾਤੀ ਮੁਝ ਤਾਤੀ, ਨੌਕਰਾਂ ਨੂੰ ਕਹਿੰਦਾ ਆ ਅਰਜਨ ਮਲ ਨੇ ਮੇਰੀ ਛਾਤੀ ਨੂੰ ਸਾੜਨਾ ਕੀਤਾ, ਤੱਤੀ ਕਰਨਾ ਕੀਤਾ। ਤਿਮ ਅਬ ਤਬ ਤਾਬ ਹੋਤ ਪਾਤੀ, ਇਸ ਤਰ੍ਹਾਂ ਹੀ ਇਹਨਾਂ ਨੂੰ ਮੈਂ ਹੁਣ ਬਹੁਤ ਜ਼ਿਆਦਾ ਤਪਤਾਵਾਂਗਾ। ਜਿਸ ਤਰ੍ਹਾਂ ਮੇਰੀ ਛਾਤੀ ਤਪਾਈ ਨਾ, ਇਸ ਤਰ੍ਹਾਂ ਇਹਨਾਂ ਦਾ ਪ੍ਰਤੱਖ ਮੈਂ ਤਨ ਨੂੰ ਤਪਾਉਣਾ ਹੈ। ਇਸ ਤੇ ਪਰੇ ਨਾ ਅਪਰ ਅਰਾਤੀ, ਹੁਣ ਇਸ ਤੋਂ ਪਰੇ ਕਹਿੰਦਾ ਇਹਨਾਂ ਤੋਂ ਵੱਡਾ ਔਰ ਮੇਰਾ ਕੋਈ ਵੱਡਾ ਦੁਸ਼ਮਣ ਨਹੀਂ ਹੈ, ਇਹ ਸਿਰੇ ਦੇ ਦੁਸ਼ਮਣ ਹਨ। ਧਰੀ ਮੌਨ ਅਬ ਆਏ ਨਾ ਬਾਨੀ, ਹੁਣ ਪਹਿਲੇ ਤਾਂ ਬੜਾ ਬੋਲਦੇ ਸੀ, ਲੇਕਿਨ ਹੁਣ ਮੌਨੀ ਬਾਬਾ ਬਣ ਗਏ, ਚੁੱਪ ਹੋ ਗਏ, ਬਚਨ ਨਹੀਂ ਕਰਦੇ। ਬੈਠਤ ਬੋਲਤ ਬਨ ਬ੍ਰਹਮ ਗਿਆਨੀ, ਹੁਣ ਬਨ ਕਰਕੇ ਬ੍ਰਹਮ ਗਿਆਨੀ ਬੈਠੇ ਹੋਏ ਹਨ, ਕੋਈ ਬਚਨ ਨਹੀਂ ਕਰਦੇ। ਕਰ ਕਹਿਓ ਕਲੰਕਤ ਪਗੀਓ, ਕੁੱਤਾ ਕਹਿ ਕਰਕੇ ਮੈਨੂੰ ਤੁਸਾਂ ਨੇ ਕਲੰਕਤ ਕੀਤਾ ਨਾ। ਅਬ ਤਾਪੋ ਜਿਮ ਤਪ ਮਮ ਹੀਓ, ਜਿਸ ਤਰ੍ਹਾਂ ਤੁਸਾਂ ਨੇ ਮੇਰਾ ਹਿਰਦਾ ਤਪਾਇਆ, ਉਸ ਤਰ੍ਹਾਂ ਹੁਣ ਮੈਂ ਤੁਹਾਡੇ ਸਰੀਰ ਨੂੰ ਤਪਾਉਣਾ ਹੈ। ਸਿਕਤਾ ਤਪਤ ਅਰੂਢਨ ਲਾਗੇ, ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਕਹਿੰਦਾ ਆ ਤੱਤਾ ਰੇਤਾ ਜਿਹੜਾ ਇਹਦੇ ਉੱਤੇ ਮਹਾਰਾਜ ਜੀ ਨੂੰ ਬਿਠਾ ਦਿੱਤਾ ਜਾਵੇ। ਬੋਲੇ ਸੁਨਹਿ ਮੂੜ ਕੁਭਾਗੇ, ਅਗੋਂ ਸਤਿਗੁਰੂ ਮਹਾਰਾਜ ਜੀ ਨੇ ਆਪ ਕਿਹਾ ਤੂੰ ਕੀ ਬਿਠਾਉਣਾ ਭਾਈ। ਆਪ ਸਤਿਗੁਰੂ ਮਹਾਰਾਜ ਚੱਲ ਕਰਕੇ ਬੈਠ ਗਏ ਤੇ ਬਚਨ ਕੀਤਾ ਕਿ ਐ ਮੂਰਖਾ ਕੁਭਾਗਿਆ, ਆਪਣੋ ਭਾਖਿਓ ਨਹੀਂ ਵਿਚਾਰ। ਮਹਾਰਾਜ ਜੀ ਕਹਿੰਦੇ ਤੂੰ ਨੇ ਆਪਣਾ ਜਿਹੜਾ ਬਚਨ ਕੀਤਾ ਉਹਨੂੰ ਚੇਤੇ ਨਹੀਂ ਕਰਦਾ ਹੈ। ਕੂਕਰ ਵਹਿ ਕਿਰਾੜ ਚਖ ਮਾਰ, ਜਿਸ ਤਰ੍ਹਾਂ ਕਿ ਕੂਕਰ ਕਿਰਾੜ ਮਾਰਦਾ ਨਾ ਝੱਖ ਮਾਰੀ ਕਰਦਾ, ਐਵੇਂ ਭੌਂਕੀ ਜਾਂਦਾ, ਇਸ ਤਰ੍ਹਾਂ ਤੂੰ ਭੌਂਕੀ ਜਾ ਰਿਹਾ ਹੈ, ਭੌਂਕੀ ਜਾ ਰਿਹਾ ਹੈ। ਸਕਲ ਬੰਸ ਕੀ ਜੜਾਂ ਉਖਾੜ, ਸਤਿਗੁਰੂ ਜੀ ਕਹਿਣ ਲੱਗੇ ਤੂਨੇ ਤਾਂ ਆਪਣੇ ਸਾਰੇ ਬੰਸ ਦੀ ਜੜਾਂ ਉਖਾੜ ਦਿੱਤੀ, ਆਪਣੇ ਪਰ ਅਪਦਾ ਬਹੁ ਡਾਰ ਹੈ, ਤੇ ਤੂਨੇ ਵਿਅਰਥ ਦੇ ਵਿੱਚ ਬਲਾ ਜਿਹੜੀ ਆ ਆਪਣੇ ਗਲ ਵਿੱਚ ਪਵਾ ਲਈ ਹੈ। ਦੋਜਕ ਦੀਰਘ ਦੁਖਦ ਸਹੇ, ਹੁਣ ਕੋਈ ਗੱਲ ਨਹੀਂ ਹੈ, ਅੱਗੇ ਤਾਂ ਦੋਸਖ ਜਿਹੜਾ ਹੈ ਨਰਕਾਂ ਦੇ ਵਿੱਚ ਤੈਨੂੰ ਇਸ ਤਰ੍ਹਾਂ ਮਤ ਮਾਰ ਕਰਕੇ ਤੁਰੰਤ ਤੈਨੂੰ ਤੇਰੇ ਕੀਤੇ ਦਾ ਫਲ ਪ੍ਰਾਪਤ ਹੋ ਜਾਵੇਗਾ ਪਾਪੀਆ। ਹਮ ਤੋ ਤਿਆਗਨ ਹੈ ਸ਼ਰੀਰ, ਸਤਿਗੁਰੂ ਜੀ ਕਹਿਣ ਲੱਗੇ ਇਹ ਤਾਂ ਪ੍ਰਮਾਤਮਾ ਦਾ ਭਾਣਾ ਹੈ, ਇਹ ਤਾਂ ਉਹਦੀ ਰਜ਼ਾ ਦੇ ਵਿੱਚ ਅਸਾਂ ਨੇ ਇੰਜ ਹੀ ਸਰੀਰ ਦਾ ਤਿਆਗ ਕਰਨਾ। ਸਮਾਂ ਆਨ ਪਹੁੰਚਿਓ ਅਤਿ, ਉਹ ਸਮਾਂ ਜਿਹੜਾ ਹੈ ਤਨ ਦੇ ਤਿਆਗਣ ਦਾ ਹੁਣ ਲਾਗੇ ਆਉਣ ਵਾਲਾ, ਲਾਗੇ ਪਹੁੰਚ ਗਿਆ। ਬੋਲਤ ਆਰੂਢਨ ਕਰੇ, ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਐਨ ਜਿਸ ਤਰ੍ਹਾਂ ਕਦੇ ਸਿੰਘਾਸਣ ਦੇ ਉੱਤੇ ਸ਼ਾਂਤੀ ਦੇ ਨਾਲ ਮਖਮਲੀ ਸੇਜਾ ਦੇ ਉੱਤੇ ਬਹਿੰਦੇ ਸੀ, ਅੱਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੇ ਰੇਤੇ ਦੇ ਉੱਤੇ ਚੜ ਕਰਕੇ ਬੈਠ ਗਏ। ਰੇਤ ਹੁਤਾਸਨ ਸੰਪਰ ਖਰੇ, ਜਿਹੜਾ ਰੇਤਾ ਜਿਹੜਾ ਪਿਆਰਿਓ ਅੱਗ ਦਾ ਰੂਪ ਬਣ ਗਿਆ, ਉਹਦੇ ਉੱਤੇ ਫਿਰ ਮਹਾਰਾਜ ਜੀ ਖੜ ਗਏ। ਸਿੱਖ ਲੰਘਾਵੋ ਪਿਰਾਣਾ ਦਾ, ਭਾਈ ਲੰਗਾਹਾ ਭਾਈ ਪਿਰਾਣਾ, ਇਹ ਦੋਵੇਂ ਸਿੱਖ ਜਿਹੜੇ ਹਨ, ਇੱਕ ਵਾਰੀ ਦੌਰੇ ਮਨ ਭਾਉ, ਇੱਕ ਵਾਰੀ ਇਹਨਾਂ ਨੇ ਦੌੜ ਲਾਈ ਹੈ, ਹੱਥ ਪੈਰ ਬੰਦੇ ਹੋਏ ਹਨ, ਫਿਰ ਵੀ ਇਹਨਾਂ ਨੇ ਭੱਜ ਕੇ ਆਉਣਾ ਕੀਤਾ ਮਹਾਰਾਜ ਜੀ ਦੇ ਵੱਲ। ਤਪਤ ਰੇਤ ਪਰ ਹਮ ਤਨ ਪਰੇ, ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਇੰਨਾ ਕਸ਼ਟ ਕਿਉਂ ਚੱਲਦੇ ਹੋ? ਆ ਤੱਤਾ ਰੇਤਾ ਜਿਹੜਾ ਇਹਦੇ ਉੱਤੇ ਅਸੀਂ ਲੰਬੇ ਪੈ ਜਾਣਾ ਹੈ। ਸੁਖ ਸੋ ਹੋਏ ਗੁਰ ਉਪਰ ਖਰੀ, ਲੇਕਿਨ ਆਪ ਜੀ ਨੂੰ ਦੁੱਖ ਨਹੀਂ ਦੇਣਾ, ਆਪ ਜੀ ਸਾਡੇ ਉੱਤੇ ਖੜ ਜਾਓ ਮਹਾਰਾਜ, ਦੁੱਖ ਸਾਡੇ ਉੱਤੇ ਆ ਜਾਵੇਗਾ, ਆਪ ਜੀ ਸਾਡੇ ਉੱਤੇ ਖੜ ਕੇ ਸੁਖ ਪ੍ਰਾਪਤ ਕਰਨਾ ਕਰੋ। ਇਨ ਕਾਰਨ ਨਿਕਸਹਿ ਜੇ ਪ੍ਰਾਣ, ਜੇ ਇਸ ਕਰਕੇ ਮਹਾਰਾਜ ਆਪ ਜੀ ਦੇ ਨਮਿਤ ਸਾਡੇ ਪ੍ਰਾਣ ਨਿਕਲ ਜਾਣਗੇ ਤਾਂ ਹਮ ਹੋਵਹਿ ਧਨ ਮਹਾ, ਤਾਂ ਸਤਿਗੁਰੂ ਮਹਾਰਾਜ ਸਾਡਾ ਜਿਉਣਾ ਤੇ ਮਰਨਾ ਸਾਡਾ ਧਨਤਾ ਦੇ ਯੋਗ ਹੋ ਜਾਵੇਗਾ। ਮਹਿ ਇਨਕੋ ਦੁਖ ਦੇਖਨ ਕਰੈ, ਕਿਉਂਕਿ ਮਹਾਰਾਜ ਜੋ ਮਰਜ਼ੀ ਹੋ ਜਾਵੇ, ਅਸੀਂ ਆਪਣੇ ਪਰਿਵਾਰਾਂ ਦਾ ਦੁੱਖ ਤੱਕ ਸਕਦੇ ਹਾਂ, ਲੇਕਿਨ ਤੁਹਾਡਾ ਦੁੱਖ ਨਹੀਂ ਤੱਕ ਸਕਦੇ। ਆਸ਼ੀਰਵਾਦ ਦੇਹ ਪਰ ਹਰੈ, ਇਹਦੇ ਨਾਲੋਂ ਮਹਾਰਾਜ ਕੀ ਚੰਗੀ ਗੱਲ ਹੋ ਸਕਦੀ ਹੈ ਕਿ ਗੁਰੂ ਕੇ ਨਮਿਤ ਸਾਡੇ ਪ੍ਰਾਣਾਂ ਦੀ ਆਹੂਤੀ ਹੋ ਗਈ,
ਸਾਡੇ ਪ੍ਰਾਣਾਂ ਦਾ ਤਿਆਗ ਹੋ ਗਿਆ। ਇਸ ਤੋਂ ਵੱਡਾ ਮਹਾਰਾਜ ਸਾਨੂੰ ਇਹ ਫਲ ਜੀਵਨ ਦਾ ਲਾਭ ਨਹੀਂ ਮਿਲ ਸਕਦਾ। ਫੇਰਤ ਚੰਦੂ ਸਿਪਾਹੀ ਫਿਰ ਪਿਆਰਿਓ ਚੰਦੂ ਨੇ ਜਦੋਂ ਇਹਨਾਂ ਨੂੰ ਵੇਖਿਆ, ਭਾਈ ਪਿਰਾਣਾ ਨੂੰ, ਭਾਈ ਲੰਗਾ ਨੂੰ, ਉਸੇ ਵੇਲੇ ਇਸ਼ਾਰਾ ਕਰ ਦਿੱਤਾ। ਲਈ ਲਸ਼ਟ ਕਾ ਧਾਇ ਕਨੇਰੇ ਸਿਪਾਹੀ ਜਿਹੜੇ ਹਨ ਡੰਡਿਆਂ ਨੂੰ ਲੈ ਕਰਕੇ ਉਹਨਾਂ ਦੇ ਵੱਲ ਪਏ। ਹਾਥਨ ਪਰ ਪੈਰਨ ਪਰ ਮਾਂ ਜਾ ਕਰਕੇ ਹੱਥਾਂ ਪੈਰਾਂ ਦੇ ਉੱਤੇ ਡੰਡੇ ਮਾਰਨੇ ਕੀਤੇ। ਕਹਿ ਕਰ ਮੋਰੇ ਬਹੁ ਬਲਤਾ ਚੰਗੀ ਤਰ੍ਹਾਂ ਫੜ ਕਰਕੇ ਫਿਰ ਬਲ ਤਾਰਨ ਕਰਕੇ ਇਹਨਾਂ ਨੂੰ ਵਾਪਸ ਮੋੜਨਾ ਕੀਤਾ। ਵਾਪਸ ਜੇਲ੍ਹ ਦੇ ਵਿੱਚ ਬਿਠਾ ਦਿੱਤਾ ਗਿਆ। ਸ੍ਰੀ ਗੁਰ ਕਰਹਿ ਬਰਜਨਾ ਕਨੇ ਸਤਿਗੁਰੂ ਮਹਾਰਾਜ ਤੱਤੇ ਰੇਤੇ ਦੇ ਉੱਤੇ ਚੜੇ ਹੋਏ ਹਨ। ਮਹਾਰਾਜ ਜੀ ਵਰਜਨਾ ਕਰਦੇ, ਸਿੱਖਾਂ ਨੂੰ ਰੋਕਦੇ। ਕਿਉਂ ਤੁਮ ਆਵਤ ਹੋ ਰਿਸ ਮਨੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਸਿੱਖੋ ਐਵੇਂ ਵਿਅਰਥ ਦੇ ਵਿੱਚ ਕਿਉਂ ਮਨ ਵਿੱਚ ਗੁੱਸਾ ਲੈ ਕੇ ਆਉਂਦੇ ਹੋ? ਬੈਠੇ ਰਹੋ ਖਾਤ ਕਿਉਂ ਮਾਂ ਐਵੇਂ ਬੈਠੇ ਰਹੋ, ਵਧੀਆ ਗੁਰਬਾਣੀ ਦਾ ਜਾਪ ਕਰੋ, ਵਿਅਰਥ ਦੇ ਵਿੱਚ ਮਾਰ ਨਾ ਖਾਣਾ ਕਰੋ। ਇਹ ਸਭ ਹੈ ਹਮਰੇ ਅਨੁਸਾਰ ਇਹ ਜੋ ਵੀ ਹੋ ਰਿਹਾ ਨਾ, ਇਹ ਸਾਡੇ ਅਨੁਸਾਰ ਹੋ ਰਿਹਾ ਹੈ। ਇਹ ਪ੍ਰਮਾਤਮਾ ਦੀ ਨੇਤ ਅਨੁਸਾਰ ਹੋ ਰਿਹਾ ਹੈ। ਮੀਤ ਕਰੈ ਸੋਈ ਹਮ ਮਾਨਾ। ਜੋ ਉਹ ਮਿੱਤਰ ਸਾਡਾ ਪ੍ਰਮਾਤਮਾ ਕਰਦਾ, ਉਹਦੀ ਆਗਿਆ ਦੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ ਹੈ। ਤੇ ਪ੍ਰਮਾਤਮਾ ਦੇ ਇਸ ਹੁਕਮ ਦੇ ਵਿਚਕਾਰ ਤੁਸੀਂ ਨਾ ਆਉਣਾ ਕਰੋ। ਕਹਿ ਪਿਰਾਣਾ ਰਹਿਓ ਨ ਅੱਗੋਂ ਜਾਏ ਭਾਈ ਪਿਰਾਣਾ ਜੀ ਕਹਿੰਦੇ, ਸਤਿਗੁਰੂ ਮਹਾਰਾਜ ਰਿਹਾ ਨਹੀਂ ਜਾਂਦਾ। ਤੁਮਰੋ ਦੁੱਖ ਨਹਿ ਦੇਖ ਸਕਾ ਜੋ ਮਰਜ਼ੀ ਹੋ ਜਾਵੇ, ਆਪ ਜੀ ਦਾ ਦੁੱਖ ਨਹੀਂ ਦੇਖ ਸਕਦੇ ਆ, ਝੱਲ ਸਕਦੇ ਹਾਂ। ਆਪਣੇ ਪ੍ਰਾਨ ਦੇਨ ਅਭਿਲਾਖ ਹੈ ਮਹਾਰਾਜ ਸਾਡੀ ਤਾਂ ਇੱਛਾ ਹੈ ਆਪ ਜੀ ਦੇ ਨਿਮਿਤ ਅਸੀਂ ਆਪਣੇ ਪ੍ਰਾਣਾਂ ਨੂੰ ਨਹਿਚਾਵਰ ਕਰ ਦਈਏ। ਰਾਵਰ ਕੇ ਸਰੀਰ ਕੋ ਰਾਖੈ ਭਾਵੇਂ ਸਾਡਾ ਸਰੀਰ ਮਰ ਜਾਵੇ, ਭਾਵੇਂ ਮਹਾਰਾਜ ਸਾਡਾ ਤਨ ਖੇਰੂ ਖੇਰੂ ਹੋ ਜਾਵੇ, ਲੇਕਿਨ ਸਾਡੇ ਦਿਲੀ ਮਨ ਦੀ ਇੱਛਾ ਹੈ ਕਿ ਆਪ ਜੀ ਦੇ ਪ੍ਰਾਣਾਂ ਨੂੰ ਅਸੀਂ ਬਚਾ ਲਈਏ। ਕਹਿਓ ਗੁਰੂ ਇਮ ਕੀਜਹਿ ਤਬੈ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਠੀਕ ਹੈ ਭਾਈ, ਤੁਹਾਡੀ ਭਾਵਨਾ ਵੀ ਇਹ ਦਰੁਸਤ ਹੈ, ਲੇਕਿਨ ਇਹ ਤੁਹਾਨੂੰ ਉਦੋਂ ਕਰਨਾ ਚਾਹੀਦਾ ਹਮਰੀ ਆਇਸ ਹੋਵਹਿ ਜਬੈ ਜਦੋਂ ਸਾਡੀ ਆਗਿਆ ਹੋਵੇਗੀ। ਅਸੀਂ ਜਦੋਂ ਕਵਾਂਗੇ ਸਿੱਖੋ ਤੇ ਆਓ, ਆ ਕਰਕੇ ਭਾਈ ਇੱਥੇ ਇਹਨਾਂ ਨੂੰ ਮਾਰਨਾ ਕਰੋ, ਸਾਨੂੰ ਬਚਾਓ, ਅੱਗੇ ਆਓ, ਜੇ ਅਸੀਂ ਬੋਲਾਂਗੇ ਤਾਂ ਤੁਹਾਡਾ ਆਉਣਾ ਫਰਜ਼ ਬਣਦਾ ਹੈ, ਤਾਂ ਇਹ ਤੁਹਾਡੇ ਕਰ ਹਮਰਾ ਇਹ ਖੇਲ ਪਸਾਰਾ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਤਾਂ ਭਾਈ ਇਹ ਖੇਡ ਚੱਲ ਰਿਹਾ ਹੈ, ਤੁਹਾਨੂੰ ਦੁੱਖ ਹੋ ਰਿਹਾ ਹੈ, ਲੇਕਿਨ ਸਾਡੀ ਦ੍ਰਿਸ਼ਟੀ ਦੇ ਨਾਲ ਤੱਕੋ, ਇਹ ਤਾਂ ਸੰਸਾਰ ਦੇ ਵਿੱਚ ਸਾਰਾ ਜਿਹੜਾ ਖੇਡ ਚੱਲ ਰਿਹਾ ਨਾ, ਇਸ ਤਰ੍ਹਾਂ ਹੀ ਸਾਡੇ ਨਾਲ ਵੀ ਇੱਕ ਖੇਡ, ਇੱਕ ਲੀਲਾ ਚੱਲ ਰਹੀ ਹੈ। ਇਹ ਸਾਡੀ ਬੈਠੇ ਪਿਖ ਹੂੰ ਹੋਏ ਜਿਮਸਾਰਾ ਜਿਸ ਤਰ੍ਹਾਂ ਸਾਰ ਬਣਦਾ ਨਾ, ਇਹ ਸਾਰ ਵਸਤੂ ਨੂੰ ਚੰਗੀ ਤਰ੍ਹਾਂ ਤੁਸੀਂ ਵੇਖਣਾ ਕਰੋ, ਇਹਦੇ ਨਾਲ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਗੁਰੂ ਜਿਹੜਾ ਆਨੰਦ ਦੇ ਵਿੱਚ ਵੀ ਲੀਲਾ ਕਰਦਾ, ਤੇ ਗੁਰੂ ਦੇ ਉੱਤੇ ਭਾਵੇਂ ਜਿੰਨਾ ਮਰਜੀ ਦੁੱਖ ਆ ਜਾਵੇ, ਤਕਲੀਫ ਆ ਜਾਵੇ, ਫਿਰ ਵੀ ਉਹਦਾ ਦੁੱਖ ਤੇ ਤਕਲੀਫ ਦੇ ਵਿੱਚ ਵੀ ਗੁਰੂ ਆਪਣੀ ਲੀਲਾ ਨੂੰ ਜ਼ਰੂਰ ਵਰਤਾਉਂਦਾ ਹੈ। ਉਹਨੇ ਦੁਸ਼ਟ ਨੇ ਕਹਿ ਬਿਠਵਾਏ ਫਿਰ ਪਿਆਰਿਓ ਦੁਸ਼ਟ ਨੇ ਕਹਿ ਕਰਕੇ ਸਿੱਖਾਂ ਨੂੰ ਬਿਠਾਉਣਾ ਕੀਤਾ। ਫਿਰ ਸਤਿਗੁਰ ਕੁਛ ਖੇਦ ਨਾ ਪਾਏ ਲੇਕਿਨ ਸਤਿਗੁਰੂ ਮਹਾਰਾਜ ਰੇਤੇ ਦੇ ਉੱਤੇ ਚੜੇ ਹੋਏ ਹਨ, ਖੜੋਤੇ ਹੋਏ ਹਨ, ਰੱਤਾ ਮਾਤਰ ਖੇਦ ਪ੍ਰਾਪਤ ਨਹੀਂ ਹੋਇਆ ਹੈ। 14 ਲੋਕ ਰਚੇ ਜਿਨ ਕੇ ਕਬੀਰ ਜੀ ਕਹਿੰਦੇ, ਤੁਸੀਂ ਆਪ ਦੱਸੋ ਭਾਈ, 14 ਲੋਕਾਂ ਦੇ ਕਰਤਾ ਧਰਤਾ ਹਨ ਸਤਿਗੁਰੂ। ਤੇਜ ਹੁਤਾਸਨ ਹੋਏ ਕਿਮ ਨੇਰੇ ਹੁਣ ਮਹਾਰਾਜ ਜੀ ਦੇ ਅੱਗੇ ਆ ਹੁਤਾਸਨ ਅੱਗ ਦਾ ਤੇਜ ਕਿਸ ਤਰ੍ਹਾਂ ਲਾਗੇ ਆ ਸਕਦਾ? ਤਪਤ ਰੇਤ ਪਰ ਨਿਸ਼ਚਲ ਬੈਸੇ ਸਤਿਗੁਰੂ ਗੁਰ ਅਰਜਨ ਦੇਵ ਜੀ ਮਹਾਰਾਜ ਤਪਦਾ ਹੋਇਆ ਤੱਤਾ ਰੇਤਾ ਜਿਹੜਾ ਹੈ, ਪਹਿਲੇ ਤਾਂ ਖੜੋਤੇ ਹੋਏ ਸਨ, ਫਿਰ ਬਾਅਦ ਦੇ ਵਿੱਚ ਮਹਾਰਾਜ ਜੀ ਉਹਦੇ ਉੱਤੇ ਵਿਰਾਜਮਾਨ ਹੋ ਗਏ। ਸੁਖ ਤੇ ਮ੍ਰਿਦ ਆਸਨ ਪਰ ਬੈਸੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਕਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਮਖਮਲੀ ਸੇਜਾ ਦੇ ਉੱਤੇ, ਗੁਰੂ ਕੀ ਗੱਦੀ ਦੇ ਉੱਤੇ, ਐਨ ਮਖਮਲੀ ਆਸਨ ਦੇ ਉੱਤੇ ਜਿਸ ਤਰ੍ਹਾਂ ਚੌਂਕੜਾ ਮਾਰ ਕੇ ਬਹਿੰਦੇ ਸਨ, ਅੱਜ ਉਹੀ ਮੇਰੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਨੰਦ ਦੇ ਵਿੱਚ ਤੱਤਾ ਰੇਤੇ ਦੇ ਉੱਤੇ ਬੈਠੇ ਹੋਏ। ਇਤ ਉਤ ਅੰਗ ਨਹੀਂ ਡੁਲਿਅੰਤੇ ਬਿਲਕੁਲ ਮਹਾਰਾਜ ਜੀ ਨੇ ਆਪਣੇ ਤਨ ਨੂੰ ਨਹੀਂ ਡੁਲਾਉਣਾ ਕੀਤਾ। ਹੋਏ ਮੌਨ ਕੁਛ ਨਹੀਂ ਕਹਿੰਦੇ ਹੁਣ ਮਹਾਰਾਜ ਜੀ ਮੌਨ ਹੋ ਗਏ, ਅੱਗੋਂ ਕੁਛ ਬਚਨ ਨਹੀਂ ਕਰਨਾ ਕੀਤਾ। ਦੁਸ਼ਟ ਪੁਨ ਕਰ ਸ਼ੈ ਲੈ ਫਿਰ ਇਹਨੇ ਦੁਸ਼ਟ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਪਾਪੀਓ ਕੀ ਤੱਕਦੇ ਹੋ, ਆ ਕੜਛਾ ਜਿਹੜਾ ਇਹਨੂੰ ਲੈ ਕਰਕੇ ਤਪਤ ਰੇਤ ਦੇ ਉੱਪਰ ਪੈ ਕੇ ਹੁਣ ਇਹਨਾਂ ਨੂੰ ਖੜਾ ਕਰਨਾ ਕੀਤਾ, ਤਾਂ ਵੀ ਦੁੱਖ ਨਹੀਂ ਹੋਇਆ। ਤੱਤਾ ਰੇਤਾ ਉਹਦੇ ਉੱਤੇ ਬਿਠਾ ਦਿੱਤਾ ਗਿਆ, ਤਾਂ ਵੀ ਤਕਲੀਫ ਨਹੀਂ ਹੋਈ ਹੈ।
ਹੁਣ ਕੜਛੇ ਦੇ ਵਿੱਚ ਰੇਤਾ ਲੈ ਕਰਕੇ ਇਹਨਾਂ ਦੇ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਇਹਨਾਂ ਦੇ ਤਨ ਦੇ ਉੱਤੇ ਤੱਤਾ ਰੇਤਾ ਪਾਓ। ਨਹਿ ਬੋਲਤ ਨਹਿ ਮਾਨਤ ਨਾਤਾ, ਇਹ ਮੇਰੇ ਨਾਲ ਬੋਲਦੇ ਨਹੀਂ, ਨਾ ਮੇਰੇ ਬੱਚੀ ਦਾ ਨਾਤਾ ਮੰਨਦੇ। ਇਸਕੇ ਗਾਤ ਲਗੈ ਨਹਿ ਤਾਤਾ, ਲੱਗਦਾ ਮੈਂ ਇੰਨਾ ਬੋਲਦਾ ਨਾ, ਇਹ ਮੇਰਾ ਬਚਨ ਨਹੀਂ ਮੰਨਦੇ, ਮੇਰੇ ਬਚਨਾਂ ਨੂੰ ਇਹ ਤਵੱਜੋ ਨਹੀਂ ਦਿੰਦੇ ਹਨ। ਹੁਣ ਇਹਨਾਂ ਨੂੰ ਮੈਂ ਦੱਸਣਾ ਕਿ ਮੇਰਾ ਬਚਨ ਨਹੀਂ ਮੰਨੋਗੇ, ਤੁਹਾਨੂੰ ਕਿੰਨਾ ਜ਼ਿਆਦਾ ਦੁੱਖ ਪ੍ਰਾਪਤ ਹੋਵੇਗਾ। ਇੰਜ ਪਿਆਰਿਓ ਇਸ ਪਾਪੀ ਨੇ ਕਿਹਾ, ਅੱਗੋਂ ਸਮਾਂ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਤੇ ਪ੍ਰਬੰਧਕਾਂ ਵੱਲੋਂ ਪਿਆਰਿਓ ਸਾਰੀਆਂ ਸੰਗਤਾਂ ਜਿਹੜੀਆਂ ਹਨ, ਨਾਨਕ ਨਾਮ ਲੇਵਾ ਗੁਰੂ ਕੀ ਸੰਗਤ, ਆਪ ਸਾਰਿਆਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਗੁਰਦੁਆਰਾ ਬੋਰਡ ਵੱਲੋਂ ਵਿਕਾਸ ਦੇ ਬਹੁਤ ਸਾਰੇ ਕਾਰਜਾਂ ਨੂੰ ਇਹਨਾਂ ਨੇ ਆਰੰਭ ਕਰਨਾ ਕੀਤਾ। ਵਿਸ਼ੇਸ਼ ਕਰਕੇ ਮਾਤਾ ਗੁਜਰੀ ਜੀ ਕੰਪਲੈਕਸ, ਜਿਹਦੇ ਵਿੱਚ 650 ਦੇ ਕਰੀਬ ਬਹੁਤ ਵਧੀਆ ਕਮਰੇ ਬਣਨਗੇ। ਇਹਦੇ ਨਾਲ ਨਾਲ ਵਿਦਿਅਕ ਅਦਾਰੇ ਦੇ ਵਾਸਤੇ ਤੇ ਬਹੁਤ ਵੱਡਾ ਸਕੂਲ ਜਿਹੜਾ ਹੈ ਉਹ ਵੀ ਬਣਾਇਆ ਜਾ ਰਿਹਾ, ਜਿਹਦੇ ਵਾਸਤੇ ਪਿਆਰਿਓ ਲਗਭਗ 40 ਕਰੋੜ ਦਾ ਖਰਚਾ ਆਉਣ ਵਾਲਾ ਹੈ। ਤੇ ਇਹ ਇਮਾਰਤ ਦੇ ਵਿੱਚ ਜੋ ਕੰਪਲੈਕਸ ਬਣਾਇਆ ਜਾ ਰਿਹਾ, ਉਹਦੇ ਵਾਸਤੇ ਸਾਡੇ ਪ੍ਰਬੰਧਕਾਂ ਦੇ ਮੁਤਾਬਕ 110 ਕਰੋੜ ਦੀ ਇਹ ਲਾਗਤ ਦੇ ਨਾਲ ਇਹ ਬਹੁ ਮੰਜ਼ਿਲਾ ਇਮਾਰਤ ਸਰਾ ਬਣਨ ਵਾਲੀ ਹੈ। ਸੋ ਸਾਰੀਆਂ ਸੰਗਤਾਂ ਨੂੰ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿਕਾਸ ਦੇ ਕਾਰਜਾਂ ਦੇ ਵਿੱਚ ਆਪਣਾ ਦਸਵੰਧ ਮਾਇਆ ਜਿਹੜੀ ਹੈ ਗੁਰੂ ਘਰ ਦੇ ਵਿੱਚ ਭੇਟ ਕਰਵਾ ਕਰਕੇ ਇਹਦਾ ਸਾਰਾ ਪ੍ਰਬੰਧ, ਇਹਦੀ ਸਾਰੀ ਡੀਟੇਲ ਤਖਤ ਸਾਹਿਬ ਜੀ ਦੇ ਵੈਬਸਾਈਟ ਦੇ ਉੱਤੇ ਪਾ ਦਿੱਤੀ ਗਈ। ਕੌਣ ਜਿਹੜੇ ਹਨ ਪ੍ਰਬੰਧਕ ਸੱਜਣ ਹਨ, ਉਹਦੇ ਵਿੱਚ ਆਪ ਜੀ ਨੂੰ ਪੂਰੀ ਜਾਣਕਾਰੀ ਹੈ। ਪੂਰੀ ਜਾਣਕਾਰੀ ਆਪ ਜੀ ਨੂੰ ਪ੍ਰਾਪਤ ਹੋ ਸਕਦੀ ਹੈ। ਸੁਪਰਡੈਂਟ ਸਾਹਿਬ, ਪ੍ਰਧਾਨ ਸਾਹਿਬ, ਇਹਨਾਂ ਦੇ ਨਾਲ ਗੱਲ ਕਰਕੇ ਵੀ ਆਪ ਜੀ ਆਪਣਾ ਯੋਗਦਾਨ ਪ੍ਰਾਪਤ ਕਰ ਸਕਦੇ ਹੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। हे ठाकुर होंदा सरो, मैं निर्गुण गुण नहीं कोय। नानक दीजै नाम दान, राखों हियै परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़ै सो उतरै पार। जो शरधा कर सेवंदे, गुर पार उतारण हार। कथा निता प्रत होत है, सुनहो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच, एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच, एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच, एक ओंकार सतनाम करता पुरख,
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ 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 ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮੱਧ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।